ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਸੁਖਮਨੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰਦੇ ਹਾਂ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਜੋ ਕੇਂਦਰੀ ਭਾਵ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਯਾਨੀ ਸਾਰੇ ਸੁੱਖਾਂ ਦੀ ਮਣੀ, ਸਾਰੇ ਸੁੱਖਾਂ ਦਾ ਜੋ ਮੂਲ ਹੈ ਉਹ ਪ੍ਰਭੂ ਦਾ ਨਾਮ ਯਾਨੀ ਹੁਕਮ ਹੈ। ਔਰ ਪ੍ਰਭੂ ਦੇ ਜੋ ਪਿਆਰੇ ਨੇ ਇਸ ਹੁਕਮ ਨੂੰ ਆਪਣੇ ਮਨ ਵਿੱਚ ਵਸਾਉਂਦੇ ਨੇ। ਭਾਵ ਕਿ ਰੱਬ ਦੇ ਪਿਆਰੇ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਂਦੇ ਹਨ। ਤਾਂ ਅਸੀਂ ਕਹਿ ਸਕਦੇ ਹਾਂ ਰੱਬ ਦੀ ਰਜ਼ਾ ਦੇ ਅੰਦਰ ਜ਼ਿੰਦਗੀ ਜੀਣਾ ਹੀ ਰੱਬ ਦੀ ਭਗਤੀ ਹੈ, ਔਰ ਪ੍ਰਭੂ ਦਾ ਨਾਮ ਹੀ ਸਾਰੇ ਸੁੱਖਾਂ ਦਾ ਮੂਲ ਹੈ। आओ अगली विचार जो है ਅਸੀਂ ਸਾਂਝੀ ਕਰੀਏ। ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਉਸਤਤ ਤੇ ਵਿਸ਼ਰਾਮ ਲਗਾਵਾਂਗੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਸੰਤ ਦਾ ਮਤਲਬ ਜੋ ਸ਼ਾਂਤ ਪੁਰਸ਼ ਨੇ, ਮੀਤ ਦਾ ਮਤਲਬ ਮਿੱਤਰ। ਕਿ हे ਗੁਰਸਿੱਖ ਮਿੱਤਰੋ, ਰੱਬ ਦੇ ਮਿਲਾਪ ਦੇ ਚਾਹਵਾਨ ਸਜਣੋ, ਪ੍ਰਭੂ ਦੀ ਉਸਤਤ ਕਰੋ। ਪ੍ਰਭੂ ਦੀ ਉਸਤਤ ਕਰਨ ਦਾ ਮਤਲਬ ਸਿਫਤ ਸਲਾਹ ਕਰੋ, ਯਾਨੀ ਰੱਬ ਦੇ ਗੁਣਾਂ ਦੇ ਧਾਰਨੀ ਹੋਵੋ, ਰੱਬ ਦੇ ਗੁਣ ਗਾਓ ਮਨ, ਬਚਨ ਔਰ ਕਰਮ ਕਰਕੇ। ਔਰ ਇਹ ਗੁਣ ਕਿਵੇਂ ਗਾਓ, ਉਸਤਤ ਕਿਵੇਂ ਕਰੋ, ਰੱਬ ਦੇ ਨਾਲ ਕਿਵੇਂ ਜੁੜੋ? ਸਾਵਧਾਨ, ਇਕਾਗਰ ਚਿੱਤ ਹੋ ਕੇ, ਸਾਵਧਾਨ ਹੋ ਕੇ। ਯਾਨੀ ਕਈ ਵਾਰ ਬੰਦਾ ਹੁੰਦਾ ਹੈ ਕਿ ਗੱਲਾਂ ਤੇ ਅਸੀਂ ਕਰੀ ਜਾਂਦੇ ਹਾਂ, ਲੇਕਿਨ ਸਾਡਾ ਧਿਆਨ ਨਹੀਂ ਹੁੰਦਾ ਉਸ ਕੰਮ ਦੇ ਅੰਦਰ, ਬੇਧਿਆਨਾ ਕਰਦੇ ਹਾਂ। ਤੇ ਜਦੋਂ ਅਸੀਂ ਕੋਈ ਕੰਮ ਧਿਆਨ ਦੇ ਨਾਲ ਨਹੀਂ ਕਰਦੇ ਤਾਂ ਉਸ ਕੰਮ ਦਾ ਸਾਨੂੰ ਲਾਭ ਨਹੀਂ ਹੁੰਦਾ। ਮਿਸਾਲ ਵਜੋਂ ਤੁਸੀਂ ਡਰਾਈਵਿੰਗ ਕਰ ਰਹੇ ਹੋ ਤੇ ਡਰਾਈਵਿੰਗ ਦੇ ਅੰਦਰ ਤੁਹਾਡਾ ਧਿਆਨ ਨਹੀਂ, ਕਿਤੇ ਬੇਧਿਆਨੇ ਹੋ ਗਏ ਤਾਂ ਐਕਸੀਡੈਂਟ ਹੋ ਜਾਏਗਾ। ਜਦੋਂ ਅਸੀਂ ਧਿਆਨ ਦੇ ਨਾਲ ਗੱਲਬਾਤ ਨਹੀਂ ਸੁਣਦੇ ਤਾਂ ਕਈ ਵਾਰ ਅਗਲੇ ਨੂੰ ਕਹੀਦਾ ਵੀ ਵੀਰ ਜਾਂ ਭੈਣ ਦੁਬਾਰਾ ਬੋਲਿਓ, ਕਿਉਂਕਿ ਮੇਰਾ ਧਿਆਨ ਲਾਂਬੇ ਚਲਾ ਗਿਆ ਸੀ। ਕਈ ਵਾਰ ਅਸੀਂ ਕਿਸੇ ਦੇ ਕੋਲੋਂ ਲੰਘ ਰਹੇ ਹੋਈਏ ਤਾਂ ਦੂਜਾ ਬੰਦਾ ਕਹਿੰਦਾ ਕੀ ਗੱਲ ਨਾਰਾਜ਼ ਹੋ, ਬੁਲਾਇਆ ਤੱਕ ਨਹੀਂ, ਤੇ ਅਸੀਂ ਕਹਿੰਦੇ ਸੌਰੀ ਮੈਂ ਦੇਖਿਆ ਨਹੀਂ ਕਿਉਂਕਿ ਮੇਰਾ ਧਿਆਨ ਲਾਂਬੇ ਸੀ। ਯਾਨੀ ਜੇ ਧਿਆਨ ਨਹੀਂ ਹੈ ਤਾਂ ਇਹਦਾ ਮਤਲਬ ਅਸੀਂ ਉਸ ਕਾਰਜ ਨੂੰ ਸਿਰੇ ਨਹੀਂ ਚੜਾ ਪਾਵਾਂਗੇ। ਤਾਂ ਗੁਰੂ ਜੀ ਕਹਿੰਦੇ ਨੇ ਆਪਣੇ ਧਿਆਨ ਦੇ ਵਿੱਚ ਵਸਾਓ, ਕੇਵਲ ਜ਼ਬਾਨੀ ਨਹੀਂ, ਸਾਵਧਾਨ ਹੋ ਕੇ, ਸੁਚੇਤ ਹੋ ਕੇ, ਹਮੇਸ਼ਾ ਸੁਚੇਤ ਰਹੋ, ਵਿਕਾਰਾਂ ਤੋਂ ਬਚੇ ਰਹੋ ਔਰ ਇਕਾਗਰ ਚਿੱਤ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਕਰੋ। ਕਦੇ ਵੀ ਰੱਬੀ ਗੁਣਾਂ ਤੋਂ ਦੂਰ ਨਾ ਜਾਓ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ। ਸੁਖਮਨੀ ਦਾ ਮਤਲਬ ਸੁੱਖਾਂ ਦੀ ਮਣੀ। ਸੁੱਖਾਂ ਦੀ ਮਣੀ ਦਾ ਮਤਲਬ ਸੁੱਖਾਂ ਦਾ ਜੋ ਮੂਲ ਹੈ। ਜਿਵੇਂ ਆਮ ਕਰਕੇ ਮੰਨਦੇ ਨੇ ਨਾ ਕਿ ਇੱਕ ਮਣੀ ਹੁੰਦੀ ਹੈ ਤੇ ਬੜੀ ਕੀਮਤੀ ਹੈ। ਆਮ ਇੱਕ ਧਾਰਨਾ ਬਣੀ ਹੈ ਕਿ ਸੱਪ ਦੇ ਅੰਦਰ ਹੁੰਦੀ ਹੈ ਤੇ ਉਹ ਪੂਰਨਮਾਸ਼ੀ ਵਾਲੇ ਦਿਨ ਬਾਹਰ ਕੱਢਦਾ ਜਾਂ ਕੁਛ ਐਸਾ। ਮਣੀ ਇੱਕ ਬੜੀ ਕੀਮਤੀ ਸ਼ੈ ਹੈ ਤੇ ਗੁਰੂ ਜੀ ਕਹਿੰਦੇ ਨੇ ਜੋ ਸੁਖ ਮਣੀ ਹੈ ਨਾ, ਸੁੱਖਾਂ ਦੀ ਮਣੀ ਕੀ ਹੈ? ਸਹਿਜ ਗੋਬਿੰਦ ਗੁਣ ਨਾਮ। ਇਹ ਚੀਜ਼ ਨੂੰ ਧਿਆਨ ਨਾਲ ਸਮਝਣਾ ਥੋੜਾ ਜਿਹਾ। ਸਹਿਜ ਗੁਣ ਔਰ ਗੋਬਿੰਦ ਨਾਮ। ਸਹਿਜ ਗੁਣ ਦਾ ਮਤਲਬ ਜੋ ਰੱਬ ਦੇ ਸਹਿਜ ਸੁਭਾਵਿਕ ਗੁਣ ਨੇ, ਔਰ ਨਾਮ ਦਾ ਮਤਲਬ ਹੁਕਮ। ਜੋ ਪ੍ਰਭੂ ਦਾ ਹੁਕਮ ਔਰ ਜੋ ਰੱਬ ਦੇ ਸਹਿਜ ਸੁਭਾਵਿਕ ਗੁਣ ਨੇ, ਇਹ ਸੁੱਖਾਂ ਦੀ ਮਣੀ ਨੇ। ਇਹ ਚੀਜ਼ ਨੂੰ ਧਿਆਨ ਨਾਲ ਸਮਝਿਓ ਔਰ ਇਹਨੂੰ ਨੋਟ ਕਰ ਲਓ। ਜੇ ਸਮਝ ਨਾ ਆਏ ਤਾਂ ਕਲਾਸ ਦੇ ਐਂਡ ਵਿੱਚ ਤੁਸੀਂ ਦੁਬਾਰਾ ਇਹਨੂੰ ਪੁੱਛ ਸਕਦੇ ਹੋ। ਇਹ ਬਹੁਤ ਸਮਝਣ ਵਾਲੀ ਚੀਜ਼ ਹੈ। ਸੁਖਮਨੀ ਦਾ ਮਤਲਬ ਸੁਖ ਦੇਣ ਵਾਲੀ, ਸੁੱਖਾਂ ਦਾ ਜੋ ਮੂਲ ਹੈ। ਸਹਿਜ ਗੋਬਿੰਦ ਗੁਣ ਨਾਮ ਦੇ ਅਰਥ ਐਵੇਂ ਕਰਾਂਗੇ। ਸਹਿਜ ਗੁਣ ਦਾ ਮਤਲਬ ਸਹਿਜ ਸੁਭਾਵਿਕ ਜੋ ਗੁਣ ਨੇ, ਤੇ ਨਾਮ ਦਾ ਮਤਲਬ ਹੁਕਮ। ਜੋ ਰੱਬ ਦੇ ਸਹਿਜ ਸੁਭਾਵਿਕ ਗੁਣ ਨੇ ਔਰ ਰੱਬ ਦਾ ਜੋ ਹੁਕਮ ਹੈ, ਇਹ ਸੁਖ ਦੇਣ ਵਾਲੀ ਮਣੀ ਹੈ। ਇਹ ਸੁੱਖਾਂ ਦਾ ਮੂਲ ਹੈ। ਜੇ ਕੋਈ ਸੁਖ ਲੈਣਾ ਚਾਹੁੰਦਾ ਹੈ ਤਾਂ ਉਹਦੇ ਵਾਸਤੇ ਰੱਬ ਦੇ ਜੋ ਸਹਿਜ ਸੁਭਾਵਿਕ ਗੁਣ ਨੇ, ਇਹਨਾਂ ਗੁਣਾਂ ਦਾ ਧਾਰਨੀ ਹੋਣਾ ਔਰ ਰੱਬੀ ਹੁਕਮ ਦੇ ਅੰਦਰ ਤੁਰਨਾ। ਇਹ ਚੀਜ਼ਾਂ ਜਿਹੜੀਆਂ ਨੇ ਇਹ
ਸੁੱਖਾਂ ਦੀ ਮਣੀ ਹੈ। ਸੁੱਖਾਂ ਦੀ ਮਣੀ ਦਾ ਮਤਲਬ ਸੁੱਖਾਂ ਦਾ ਮੂਲ, ਸੁੱਖ ਦੇਣ ਵਾਲੇ, ਯਾਨੀ ਰੱਬ ਦੇ ਗੁਣ ਔਰ ਰੱਬੀ ਰਜ਼ਾ ਰਾਹੀਂ ਹੀ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੋ ਸਕਦਾ ਹੈ। ਜਿਸ ਮਨ ਬਸੈ ਸੋ ਹੋਤ ਨਿਧਾਨ। ਨਿਧਾਨ ਦਾ ਮਤਲਬ ਖਜ਼ਾਨਾ। ਜਿਸ ਮਨੁੱਖ ਦੇ ਮਨ ਵਿੱਚ ਇਹ ਵਸ ਜਾਣ ਰੱਬ ਦੇ ਗੁਣ ਔਰ ਰੱਬ ਦਾ ਹੁਕਮ, यानी जो मन करके रब्बी हुक्म दी पालना है और जो मन करके रब्बी गुणा दा धारनी है, सो होत निधान, ओ वडभागी हो जाता है। निधान दा मतलब वो सुखां दा खाना बन जाता है, सुखां दा घर बन जाता है। ओदी जीवन दे अंदर सुख आ जाते हैं। अमुकवें सुख, अमिनवें सुख। कौन सुखां दा निधान बन जाता है? जिहदे मन दे अंदर प्रभु दे गुण और प्रभु दा नाम वस जाता है। ਉਹ ਸੁੱਖਾਂ ਦਾ ਖਜ਼ਾਨਾ ਹੋ ਨਿਬੜਦਾ ਹੈ, ਭਾਵ ਕਿ ਉਹ ਧਨਾੜ ਹੋ ਜਾਂਦਾ ਹੈ, ਉਹ ਖੁਸ਼ਹਾਲ ਹੋ ਜਾਂਦਾ ਹੈ। ਸਰਬ ਇੱਛਾ ਤਾਂ ਕਿ ਪੂਰਨ ਹੋਏ, ਉਸ ਮਨੁੱਖ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਹੁਣ ਦੇਖੋ, ਇਹ ਚੀਜ਼ ਸਮਝਣ ਵਾਲੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਜੋ ਵੀ ਉਹ ਇੱਛਾਵਾਂ ਕਰਦਾ ਹੈ ਕਿ ਮੈਂ ਦੁਨੀਆ ਦਾ ਰਾਜਾ ਬਾਦਸ਼ਾਹ ਬਣ ਜਾਵਾਂ, ਮੇਰੇ ਕੋਲ ਕਾਰਾਂ ਕੋਠੀਆਂ ਵਗੈਰਾ ਆ ਜਾਣ, ਤੇ ਇਹ ਇੱਛਾਵਾਂ ਕਰੀ। ਗੱਲ ਇੱਥੇ ਇਹ ਨਹੀਂ ਹੈ। ਗੱਲ ਇਹ ਹੈ ਕਿ ਇੱਛਾਵਾਂ ਸਾਡੀਆਂ ਹੈ ਕੀ ਸੀ। ਤਿੰਨ ਸਾਂਝੀਆਂ ਮੁੱਖ ਇੱਛਾਵਾਂ ਨੇ ਨਾ ਸਾਡੀਆਂ ਮੰਗਾਂ। ਇੱਕ ਤੇ ਹੈ ਕਿ ਮੈਨੂੰ ਸੁੱਖ ਮਿਲੇ, ਦੂਜਾ ਮੈਨੂੰ ਆਦਰ ਮਿਲੇ, ਤੀਜਾ ਮੈਂ ਮੁਕਤ ਹੋ ਜਾਵਾਂ। ਇਹ ਸਾਂਝੀਆਂ ਤਿੰਨ ਕੁ ਮੰਗਾਂ ਮਨੁੱਖ ਦੀਆਂ ਨੇ। ਇਹ ਸਾਰੀਆਂ ਦਾਤਾਂ ਉਹਨੂੰ ਮਿਲ ਜਾਂਦੀਆਂ ਨੇ। ਤੇ ਦੂਜਾ ਇਹਦਾ ਮਤਲਬ ਹੈ ਕਿ ਇੱਛਾਵਾਂ ਪੂਰੀਆਂ ਹੋਈਆਂ ਨੇ, ਮਤਲਬ ਉਹਦੀਆਂ ਇੱਛਾਵਾਂ, ਆਸ਼ਾਵਾਂ, ਤ੍ਰਿਸ਼ਨਾਵਾਂ ਮੁੱਕ ਜਾਂਦੀਆਂ ਨੇ। ਜਿਵੇਂ ਅਸੀਂ ਕਹਿੰਦੇ ਹਾਂ ਫਲਾਂ ਅੱਜ ਸਾਡਾ ਬਾਪੂ ਪੂਰਾ ਹੋ ਗਿਆ। ਪੂਰਾ ਹੋਣ ਦਾ ਮਤਲਬ ਕਿ ਉਹਦਾ ਜੀਵਨ ਖਤਮ ਹੋ ਗਿਆ। ਅਸੀਂ ਘਰ ਦਾ ਕੰਮ ਸ਼ੁਰੂ ਕੀਤਾ ਸੀ, ਅੱਜ ਕੰਮ ਪੂਰਾ ਹੋ ਗਿਆ, ਮਤਲਬ ਖਤਮ ਹੋ ਗਿਆ। ਇੱਛਾਵਾਂ ਪੂਰੀਆਂ ਹੋਣ ਦਾ ਮਤਲਬ ਕਿ ਉਹਦੀਆਂ ਜੋ ਵਿਕਾਰਾਂ ਦੀਆਂ, ਪਾਪਾਂ ਅਪਰਾਧਾਂ ਦੀਆਂ ਆਸ਼ਾਵਾਂ, ਤ੍ਰਿਸ਼ਨਾਵਾਂ ਨੇ, ਉਹ ਸਾਰੀਆਂ ਮੁੱਕ ਹੀ ਜਾਂਦੀਆਂ ਨੇ। ਉਹਦੇ ਅੰਦਰ ਕੋਈ ਇਹੋ ਜਿਹੇ ਵਲਵਲੇ ਪੈਦਾ ਹੀ ਨਹੀਂ ਹੁੰਦੇ ਵਿਕਾਰਾਂ ਵਾਲੇ, ਪਾਪਾਂ ਵਾਲੇ। ਉਹ ਪਰਮ ਸ਼ਾਂਤ ਹੋ ਜਾਂਦਾ, ਪਰਮ ਸੰਤੁਸ਼ਟ ਹੋ ਜਾਂਦਾ। ਜਿਵੇਂ ਇੱਕ ਬੂੰਦ ਸਮੁੰਦਰ ਦੇ ਵਿੱਚ ਮਿਲ ਜਾਏ ਤੇ ਸਾਗਰ ਹੋ ਕੇ ਉਹਦੀ ਕੋਈ ਮੰਗ ਹੀ ਨਹੀਂ ਰਹਿ ਜਾਂਦੀ, ਕਿਉਂਕਿ ਉਹ ਆਪ ਹੀ ਸਾਗਰ ਹੋ ਗਈ। ਤਾਂ ਉਹਦੀਆਂ ਸਾਰੀਆਂ ਇੱਛਾਵਾਂ, ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਨੇ। ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਇਹ ਸ਼ਬਦ ਨੂੰ ਪ੍ਰਧਾਨ ਨਹੀਂ ਪੜਨਾ ਔਰ ਪ੍ਰਗਟ ਨਹੀਂ ਪੜਨਾ। ਪ੍ਰਧਾਨ ਬੋਲਿਆ ਰਾਰਾ ਪੂਰਾ ਬੁੱਲ ਜਾਏਗਾ, ਇਸ ਲਈ ਪ੍ਰ ਕਰਕੇ ਬੋਲਣਾ ਹੈ। ਪ੍ਰਧਾਨ, ਪ੍ਰਗਟ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਇੱਥੇ ਪੁਰਖ ਦਾ ਮਤਲਬ ਹੈ ਇਨਸਾਨ, ਬੰਦਾ। ਪ੍ਰਧਾਨ ਦਾ ਮਤਲਬ ਸਭ ਤੋਂ ਵੱਡਾ, ਤੁਰਨਾ ਸਿਰ, ਜਿਹੜਾ ਮੈਂ ਸਾਰਿਆਂ ਤੋਂ ਵੱਡਾ ਹੋਏ, ਮਹਾਨ ਹੋਏ, ਆਗੂ ਹੋਏ। ਪ੍ਰਗਟ ਸਭ ਲੋਏ ਦਾ ਮਤਲਬ ਸਾਰੇ ਜਗਤ ਵਿੱਚ ਉੱਗਾ ਹੋ ਜਾਂਦਾ ਹੈ, ਪ੍ਰਸਿੱਧ ਹੋ ਜਾਂਦਾ ਹੈ, ਉਹਨੂੰ ਮਾਣ ਆਦਰ ਮਿਲਦਾ ਹੈ। ਤਾਂ ਉਹ ਬੰਦਾ ਮੁਖੀਆ ਹੋ ਜਾਂਦਾ ਹੈ, ਮਹਾਨ ਹੋ ਜਾਂਦਾ ਹੈ, ਔਰ ਸਾਰੇ ਸੰਸਾਰ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਭਾਵ ਜਿੱਥੇ ਵੀ ਉਹ ਜਾਂਦਾ ਹੈ, ਉਸ ਮਨੁੱਖ ਨੂੰ ਮਾਣ ਆਦਰ ਸਤਿਕਾਰ ਮਿਲਦਾ ਹੈ। ਕੌਣ? ਜਿਸ ਮਨ ਬਸੈ, ਜਿਹਦੇ ਮਨ ਦੇ ਅੰਦਰ ਰੱਬੀ ਗੁਣ ਵਸ ਜਾਂਦੇ ਨੇ, ਜੋ ਰੱਬੀ ਰਜ਼ਾ ਨੂੰ ਮਨ ਕਰਕੇ ਪਾਲਣ ਜਿਹੜਾ ਕਰਦਾ ਹੈ, ਜਿਹੜਾ ਬੰਦਾ ਖੁਸ਼ਹਾਲ ਹੋ ਗਿਆ, ਜਿਹਦੀਆਂ ਇੱਛਾਵਾਂ ਵਿਕਾਰਾਂ ਵੱਲੋਂ ਖਤਮ ਹੋ ਗਈਆਂ ਨੇ, ਪੂਰੀਆਂ ਹੋ ਗਈਆਂ ਨੇ, ਉਹ ਬੰਦਾ ਪ੍ਰਧਾਨ ਹੈ, ਉਹ ਬੰਦਾ ਆਗੂ ਹੈ, ਉਹ ਬੰਦਾ ਮੁਖੀ ਹੈ, ਉਹ ਬੰਦਾ ਤੁਰਨੇ ਸਿਰ ਹੈ, ਉਹ ਬੰਦਾ ਸਾਰੇ ਜਗਤ ਵਿੱਚ ਉੱਗਾ ਹੋ ਜਾਂਦਾ ਹੈ। ਇਸ ਲਈ ਜੇ ਕੋਈ ਮਾਨ ਆਦਰ ਔਰ ਸਤਿਕਾਰ ਚਾਹੁੰਦਾ ਹੈ ਤਾਂ ਉਹਦੇ ਵਾਸਤੇ ਦੇਖੋ ਕਿੰਨਾ ਸੌਖਾ ਗੁਰੂ ਜੀ ਰਾਸਤਾ ਦੱਸ ਰਹੇ ਨੇ ਕਿ ਉਹ ਗੁਣਾਂ ਦਾ ਧਾਰਨੀ ਹੋਵੇ ਔਰ ਉਹ ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਬਿਤਾਏ, ਤਾਂ ਇਹ ਮਾਨ ਸਤਿਕਾਰ ਸਾਨੂੰ ਵੀ ਮਿਲ ਸਕਦਾ ਹੈ। ਸਭ ਤੇ ਊਚ ਪਾਏ ਅਸਥਾਨ। ਜਿਹੜਾ ਇਹੋ ਜਿਹਾ ਇਨਸਾਨ ਹੈ, ਸਾਰਿਆਂ ਤੋਂ ਉੱਚਾ ਟਿਕਾਣਾ ਪਾ ਲੈਂਦਾ ਹੈ, ਸਾਰਿਆਂ ਤੋਂ ਉੱਚਾ ਟਿਕਾਣਾ। ਹੁਣ ਉੱਚੇ ਟਿਕਾਣੇ ਦਾ ਮਤਲਬ ਇਹ ਨਹੀਂ ਕਿ ਘਰ ਉਹਦਾ ਕਿਤੇ ਉੱਚੀ ਪਹਾੜੀ ਤੇ ਬਣ ਜਾਂਦਾ ਹੈ ਜਾਂ ਉੱਚੀ ਮੰਜ਼ਲ ਦੇ ਉੱਤੇ ਉਹਨੂੰ ਟਿਕਾਣਾ ਮਿਲਦਾ ਹੈ। ਇੱਥੇ ਟਿਕਾਣਾ ਦਾ ਮਤਲਬ ਉਹਦੀ ਸੁਰਤ ਬੜੀ ਉੱਚੀ ਹੋ ਜਾਂਦੀ ਹੈ, ਉਹਦੀ ਸੋਚ ਬੜੀ ਉੱਚੀ ਹੋ ਜਾਂਦੀ ਹੈ।
ਜਿਸ ਨੂੰ ਭਗਤ ਕਬੀਰ ਜੀ ਕਹਿੰਦੇ ਹਨ, ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੇ ਪਛਾਣੇ। ਉਹ ਅਵਸਥਾ ਮਿਲ ਜਾਂਦੀ ਹੈ ਜਿਸ ਅਵਸਥਾ ਵਿੱਚ ਜਾ ਕੇ ਬੰਦਾ ਰੱਬ ਵਰਗਾ ਹੀ ਹੋ ਜਾਂਦਾ ਹੈ। ਜਿਸ ਅਵਸਥਾ ਵਿੱਚ ਜਾ ਕੇ ਰੱਬ ਵਿੱਚ ਤੇ ਉਸ ਬੰਦੇ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜੋਤੀ ਦਾ ਮਤਲਬ ਜਿਹੜੀ ਸੋਚ ਹੈ ਉਹ ਰੱਬੀ ਸੋਚ ਦੇ ਵਿੱਚ ਮਿਲ ਜਾਂਦੀ ਹੈ। ਸਾਰਿਆਂ ਤੋਂ ਉੱਚਾ ਅਸਥਾਨ, ਸਾਰਿਆਂ ਤੋਂ ਉੱਚਾ ਰੁਤਬਾ ਉਹ ਇਨਸਾਨ ਪਾ ਲੈਂਦਾ ਹੈ। ਬਹੁਰ ਨਾ ਹੋਵੇ ਆਮਨ ਜਾਨ। ਆਮਨ ਜਾਨ, ਆਉਣਾ ਜਾਣਾ, ਇਹਦਾ ਤੁਹਾਨੂੰ ਲਿਖਵਾਇਆ ਸੀ ਨਾ ਵਰਡ। ਜਦੋਂ ਤੁਸੀਂ ਬੋਲ ਕੇ ਦੱਸੋਗੇ ਤੇ ਮੈਨੂੰ ਪਤਾ ਲੱਗ ਜਾਏਗਾ। ਅਨਮਿਊਟ ਰਹਿੰਦਾ। ਆਮਨ ਜਾਨ ਦਾ ਮਤਲਬ ਭਟਕਣਾ। ਅਨਮਿਊਟ ਰਹਿਣਾ ਹੈ, ਮਿਊਟ ਨਹੀਂ, ਮਿਊਟ ਹੀ ਰਹਿਣਾ, ਅਨਮਿਊਟ ਨਹੀਂ ਹੋਣਾ। ਆਮਨ ਜਾਨ ਦਾ ਮਤਲਬ ਭਟਕਣਾ। ਦੇਖੋ ਹੁਣ ਜਦੋਂ ਤੁਸੀਂ ਇਹ ਸ਼ਬਦ ਯਾਦ ਕਰ ਲੋਗੇ ਨਾ ਸਾਰੇ, ਤਾਂ ਇਹਨਾਂ ਚੀਜ਼ਾਂ ਦੀ ਆਟੋਮੈਟਿਕਲੀ ਸਮਝ ਆਉਣੀ ਸ਼ੁਰੂ ਹੋ ਜਾਏਗੀ। ਬਹੁਰ ਨਾ ਹੋਵੇ ਆਮਨ ਜਾਨ, ਉਸ ਮਨੁੱਖ ਦਾ ਫਿਰ ਭਟਕਣਾ ਨਹੀਂ ਹੁੰਦਾ, ਭਟਕਣਾ ਵਿੱਚ ਨਹੀਂ ਪੈਂਦਾ ਉਹ ਮਨੁੱਖ। ਹੁਣ ਸਾਡਾ ਮਨ ਕਦੇ ਆ ਗਿਆ, ਕਦੇ ਚਲਾ ਗਿਆ, ਕਦੇ ਇੱਕ ਪਾਸੇ, ਕਦੇ ਦੂਜੇ ਪਾਸੇ, ਕਦੇ ਉੱਚਾ, ਕਦੇ ਨੀਵਾਂ, ਕਦੇ ਅਸੀਂ ਚੰਗਾ ਮਹਿਸੂਸ ਕਰਦੇ ਹਾਂ, ਕਦੇ ਬੁਰਾ ਮਹਿਸੂਸ ਕਰਦੇ ਹਾਂ। ਮਨ ਭਟਕਦਾ ਰਹਿੰਦਾ ਨਾ। ਤਾਂ ਆਮਨ ਜਾਨ ਦਾ ਮਤਲਬ ਭਟਕਣਾ। ਫਿਰ ਉਸ ਮਨੁੱਖ ਦੇ ਅੰਦਰ ਭਟਕਣਾ ਨਹੀਂ ਰਹਿੰਦੀ। ਉਹ ਮਨੁੱਖ ਫਿਰ ਨਿਰੋਲ ਸੱਚ ਦੇ ਨਾਲ ਜੁੜ ਜਾਂਦਾ ਹੈ, ਟਿਕ ਜਾਂਦਾ ਹੈ। ਹਰ ਤਨ ਖਾਟ ਚਲੇ ਜਨ ਸੋਏ। ਉਹ ਮਨੁੱਖ ਪ੍ਰਭੂ ਦਾ ਨਾਮ ਰੂਪ ਧਨ ਖੱਟ ਕੇ ਚੱਲਦਾ ਹੈ। ਚਲੇ ਦਾ ਮਤਲਬ ਜੀਵਨ ਜੀਂਦਾ ਹੈ। ਹਰ ਤਨ ਖਾਟ ਚਲੇ, ਚਲੇ ਦਾ ਮਤਲਬ ਜੀਵਨ ਜੀਂਦਾ ਹੈ। ਐਸਾ ਇਨਸਾਨ ਰੱਬੀ ਗੁਣਾ ਦਾ ਧਨ ਖੱਟ ਕੇ, ਕਮਾ ਕੇ ਜ਼ਿੰਦਗੀ ਜੀਂਦਾ ਹੈ। ਦੇਖੋ ਅਸੀਂ ਦੋ ਤਰ੍ਹਾਂ ਦੀ ਖੱਟੀ ਕਰਦੇ ਹਾਂ। ਇੱਕ ਉਹ ਨੇ ਜੋ ਝੂਠ ਫਰੇਬ ਦੀ ਖੱਟੀ ਕਮਾ ਰਹੇ ਨੇ, ਈਰਖਾ ਦਵੇਸ਼ ਖੱਟ ਰਹੇ ਨੇ, ਕਰਮ ਕਾਂਡਾਂ ਵਿੱਚ ਪਏ ਹੋਏ ਨੇ। ਤੇ ਇੱਕ ਉਹ ਲੋਕ ਨੇ ਜੋ ਗੁਰਮਤ ਆਸ਼ੇ ਅਨੁਸਾਰ ਜੀ ਕੇ ਸੱਚ ਦੀ ਖੱਟੀ ਖੱਟ ਰਹੇ ਨੇ, ਸੱਚੀ ਜ਼ਿੰਦਗੀ ਜੀ ਰਹੇ ਨੇ। ਚਲੇ ਦਾ ਮਤਲਬ ਜੀਵਨ ਜੀਣਾ। ਉਹ ਇਹ ਜ਼ਿੰਦਗੀ ਜੀਂਦਾ ਹੈ ਪ੍ਰਭੂ ਦੇ ਗੁਣਾਂ ਦੀ ਖੱਟੀ ਖੱਟ ਕੇ, ਔਰ ਆਪਣੇ ਜੀਵਨ ਨੂੰ ਉਹ ਸਫਲ ਕਰਦਾ ਹੈ। ਲੇਕਿਨ ਇਹ ਕਿਹਨੂੰ ਹੁੰਦਾ ਹੈ? ਨਾਨਕ ਜਿਸ ਸਹਿ ਪ੍ਰਾਪਤ ਹੋਏ। ਹਰੀ ਦੀ ਜਿਹੜੀ ਗੁਣਾਂ ਦੀ ਖੱਟੀ ਹੈ ਖੱਟ ਕੇ ਕੌਣ ਤੁਰਦਾ ਹੈ? ਜਿਸ ਨੂੰ ਪ੍ਰਾਪਤ ਹੁੰਦਾ ਹੈ। ਤੇ ਪ੍ਰਾਪਤ ਕੀ ਹੁੰਦਾ ਹੈ? ਜਿਹਨੂੰ ਹੁਕਮ ਪ੍ਰਾਪਤ ਹੋ ਜਾਂਦਾ ਹੈ, ਹੁਕਮ ਦੀ ਸੂਝ ਆ ਜਾਂਦੀ ਹੈ, ਜਿਹਨੂੰ ਰੱਬ ਦੇ ਗੁਣ ਮਿਲ ਜਾਂਦੇ ਨੇ। ਜੋ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ ਉਹ ਆਪਣੇ ਜੀਵਨ ਨੂੰ ਸਫਲ ਕਰਕੇ ਜੀਵਨ ਜੀਂਦਾ ਹੈ। ਉਹ ਚੰਗੀ ਖੱਟੀ ਖੱਟਦਾ ਹੈ, ਜਿਹਨੂੰ ਰੱਬੀ ਰਜ਼ਾ ਵਿੱਚ ਤੁਰਨਾ ਆ ਜਾਂਦਾ ਹੈ। ਜੋ ਰੱਬ ਦੀ ਸਿਫਤ ਸਲਾਹ ਕਰਦਾ ਨਾ, ਸਾਵਧਾਨ ਏਕਾਗਰ ਚੀਤ, ਪਿਛਲੀ ਪੰਕਤੀ ਵਿੱਚ ਪੜ੍ਹੇ ਆ, ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਤਾਂ ਜਿਹਨੂੰ ਇਹ ਦਾਤਾਂ ਮਿਲ ਜਾਂਦੀਆਂ ਨੇ ਉਹ ਫਿਰ ਜੀਵਨ ਦੀ ਖੱਟੀ ਖੱਟ ਕੇ ਤੁਰਦਾ ਹੈ, ਸ਼ੁਭ ਗੁਣਾਂ ਦੀ, ਸੁਖਾਂ ਦੀ। ਖੇਮ ਸ਼ਾਂਤ ਰਿੱਧ ਨਵਨਿਧ। ਖੇਮ ਦਾ ਮਤਲਬ ਅਟਲ ਸੁਖ ਵੀ ਹੈ, ਔਰ ਖੇਮ ਦਾ ਮਤਲਬ ਮੁਕਤੀ ਵੀ ਹੈ। ਸ਼ਾਂਤ ਦਾ ਮਤਲਬ ਸ਼ਾਂਤੀ, ਰਿੱਧ ਦਾ ਮਤਲਬ ਰਿੱਧੀਆਂ ਜਿਹੜੀਆਂ ਜੋਗੀ ਲੋਕ ਮੰਨਦੇ ਨੇ, ਤੇ ਨਵਨਿਧ ਦਾ ਮਤਲਬ 9 ਖਜ਼ਾਨੇ ਮੰਨੇ ਗਏ ਨੇ, ਯਾਨੀ ਦੁਨੀਆ ਦਾ ਸਭ ਤੋਂ ਅਮੀਰ ਹੋ ਜਾਣਾ, ਇਹਦਾ ਭਾਵ ਹੈ। ਤਾਂ ਉਸ ਮਨੁੱਖ ਨੂੰ ਕੀ ਮਿਲਦਾ ਹੈ? ਅਟਲ ਸੁਖ, ਮਨ ਦਾ ਟਿਕਾਓ, ਰਿੱਧੀਆਂ, 9 ਖਜ਼ਾਨੇ। ਮਾਨੋ ਉਹਨੂੰ ਸਭ ਕੁਝ ਹੀ ਮਿਲ ਗਿਆ। ਦੇਖੋ ਇੱਕ ਬੰਦਾ ਐਸਾ ਹੈ ਜਿਹਦੇ ਕੋਲ ਰਿੱਧੀਆਂ ਸਿੱਧੀਆਂ ਹੋਣ, ਸਪੋਜ਼ ਕਿ ਉਹਦੇ ਕੋਲ ਕਰਾਮਾਤੀ ਤਾਕਤਾਂ ਹੋਣ। ਸਪੋਜ਼ ਸ਼ਬਦ ਮੈਂ ਕਹਿ ਰਿਹਾ, ਕਰਾਮਾਤਾਂ ਵਗੈਰਾ ਹੁੰਦੀਆਂ ਨਹੀਂ, ਸਪੋਜ਼ ਮੰਨ ਲਓ, ਸਪੋਜ਼ ਕਿ ਉਹਦੇ ਕੋਲ ਕਰਾਮਾਤੀ ਤਾਕਤਾਂ ਨੇ, ਉਹਦੇ ਕੋਲ 9 ਖਜ਼ਾਨੇ ਨੇ, ਪੈਸਾ ਬੜਾ ਹੈ, ਉਹ ਬਾਦਸ਼ਾਹ ਹੈ ਬੜਾ ਵੱਡਾ, ਉਹਦੇ ਕੋਲ ਫੌਜਾਂ ਨੇ, ਲੇਕਿਨ ਉਹਦੇ ਮਨ ਵਿੱਚ ਟਿਕਾਵ ਨਹੀਂ, ਉਸ ਬੰਦੇ ਦੇ ਅੰਦਰ ਇਨਸਾਨੀਅਤ ਨਹੀਂ, ਉਸ ਬੰਦੇ ਦੇ ਅੰਦਰ ਸੁੱਖ ਨਹੀਂ, ਸਚਾਈ ਨਹੀਂ। ਤਾਂ ਕੀ ਕਹੋਗੇ ਉਸ ਬੰਦੇ ਨੂੰ? ਕੀ ਉਹਦਾ ਜੀਵਨ ਸਫਲ ਹੈ? ਨਾ, ਉਹਦਾ ਜੀਵਨ ਅਸਫਲ ਹੈ। ਹੁਣ ਮਰਨ ਤੋਂ ਬਾਅਦ ਵਾਲੀ ਮੁਕਤੀ ਵੀ ਜੇ ਕਿਸੇ ਨੂੰ ਲਾਰਾ ਲਾ ਦਿੱਤਾ ਜਾਏ ਵੀ ਤੂੰ ਮਰਨ ਤੋਂ ਬਾਅਦ ਮੁਕਤ ਹੋ ਜਾਏਗਾ, ਲੇਕਿਨ ਇਹ ਜ਼ਿੰਦਗੀ ਸਾਰੀ ਉਹਦੀ ਨਰਕਾਂ ਭਰੀ ਹੋਵੇ,
ਕਿ ਇਸ ਜੀਵਨ ਦੇ ਅੰਦਰ ਉਸ ਮਨੁੱਖ ਨੇ ਠੱਗੀਆਂ ਮਾਰੀਆਂ ਹੋਣ, ਚੋਰੀਆਂ ਕੀਤੀਆਂ ਹੋਣ, ਬੇਈਮਾਨੀਆਂ ਕੀਤੀਆਂ ਹੋਣ, ਡਾਕੇ ਉਹ ਮਾਰਦਾ ਹੋਵੇ, ਕਰੈਕਟਰਲੈਸ ਹੋਵੇ, ਤੇ ਮਰਨ ਤੋਂ ਬਾਅਦ ਉਹਨੂੰ ਲੋਕ ਕਹਿਣ ਵੀ ਉਹ ਤਿਆਰ ਮੁਕਤ ਹੋ ਗਿਆ, ਉਹ ਤੇ ਮੁਕਤ ਹੋ ਗਿਆ, ਤੇ ਕੀ ਉਹਦੀ ਮਰਨ ਵਾਲੀ ਮੁਕਤੀ ਉਹਨੂੰ ਮਿਲ ਜਾਏਗੀ? ਐਸਾ ਨਹੀਂ ਹੋਏਗਾ, ਕਿਉਂਕਿ ਜ਼ਿੰਦਗੀ ਕੈਸੀ ਜੀ ਰਿਹਾ ਹੈ ਡਿਪੈਂਡ ਇਹਦੇ ਤੇ ਕਰਦਾ ਹੈ ਕਿ ਅਸੀਂ ਇਹ ਜ਼ਿੰਦਗੀ ਕੈਸੀ ਜੀ ਰਹੇ ਹਾਂ। ਮਰਨ ਤੋਂ ਬਾਅਦ ਵਾਲੀ ਮੁਕਤੀ ਦਾ ਕਰਨਾ ਕੀ ਹੈ? ਮਰਨ ਤੋਂ ਬਾਅਦ ਮੁਕਤੀ ਹੈ ਹੀ ਨਹੀਂ। ਮੁਕਤ ਬਪੜੀ ਪੀ ਗਿਆਨੀ ਤਿਆਗੇ। ਗਿਆਨੀ ਦਾ ਮਤਲਬ ਜੋ ਗਿਆਨਵਾਨ ਹੈ ਉਹ ਮੁਕਤ ਬਪੜੀ। ਬਪੜੀ ਦਾ ਮਤਲਬ ਵਿਚਾਰੀ। ਦੇਖੋ ਕੱਲੀ ਮੁਕਤੀ ਨਹੀਂ ਕਹਿ ਰਹੇ, ਵਿਚਾਰੀ ਮੁਕਤੀ। ਮੁਕਤ ਬਪੜੀ ਪੀ ਗਿਆਨੀ ਤਿਆਗੇ, ਜੋ ਗਿਆਨਵਾਨ ਪੁਰਸ਼ ਨੇ, ਜੋ ਰੱਬੀ ਰਜਾ ਵਿੱਚ ਤੁਰਨ ਵਾਲੇ ਨੇ, ਜਿਨ੍ਹਾਂ ਦੇ ਕੋਲ ਗੁਰੂ ਦੀ ਮੱਤ ਹੈ, ਜੋ ਐਸੀ ਜ਼ਿੰਦਗੀ ਜੀ ਰਹੇ ਨੇ, ਉਹ ਵਿਚਾਰੀ ਮੁਕਤੀ ਦਾ ਵੀ ਤਿਆਗ ਕਰ ਦਿੰਦੇ ਨੇ। ਉਹ ਕਹਿੰਦੇ ਨੇ ਪਰੇ ਜਾ, ਮੈਨੂੰ ਤੇਰੀ ਲੋੜ ਨਹੀਂ ਹੈ। ਉਹ ਕਹਿੰਦੇ ਨੇ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨਪ੍ਰੀਤ ਚਰਨ ਕਮਲਾਰੇ, ਕਿ हे ਪ੍ਰਭੂ ਮੈਨੂੰ ਤੇਰੇ ਗੁਣਾਂ ਦੇ ਨਾਲ ਤੇਰੀ ਪ੍ਰੀਤ ਮੇਰੀ ਬਣੀ ਰਹਿ, ਤੇਰੀ ਰਜਾ ਦੇ ਨਾਲ ਮੇਰੀ ਪ੍ਰੀਤ ਬਣੀ ਰਹਿ। ਤੇਰੇ ਗੁਣਾਂ ਦੀ ਪ੍ਰੀਤ ਨੂੰ ਛੱਡ ਕੇ ਮੈਨੂੰ ਜਿਉਂਦੇ ਜੀ ਰਾਜ ਨਹੀਂ ਚਾਹੀਦਾ, ਔਰ ਤੇਰੇ ਗੁਣਾਂ ਦੀ ਪ੍ਰੀਤ ਨੂੰ ਛੱਡ ਕੇ ਮਰਨ ਤੋਂ ਬਾਅਦ ਵਾਲੀ ਮੁਕਤੀ ਨਹੀਂ ਚਾਹੀਦੀ। ਮੈਨੂੰ ਤਾਂ ਜੀਵਨ ਦੇ ਅੰਦਰ ਤੇਰੇ ਗੁਣਾਂ ਦੀ ਜ਼ਰੂਰਤ ਹੈ, ਤੇਰੀ ਪ੍ਰੀਤ ਦੀ ਜ਼ਰੂਰਤ ਹੈ। ਤਾਂ ਮੁਕਤੀ, ਸ਼ਾਂਤੀ, ਰਿੱਧ ਨਵਨਿਧ ਆਦਿਕ, ਬੁੱਧ, ਗਿਆਨ, ਸਰਬ ਤਹਿ ਸਿੱਧ। ਬੁੱਧ ਦਾ ਮਤਲਬ ਅਕਲ, ਗਿਆਨ ਦਾ ਮਤਲਬ ਸੂਝ ਸਮਝ, ਕਾਮਨ ਸੈਂਸ, ਸਿੱਧ ਦਾ ਮਤਲਬ ਸਿੱਧੀਆਂ, ਜਿਹੜੀਆਂ ਕਰਾਮਾਤੀ ਤਾਕਤਾਂ ਲੋਕ ਮੰਨਦੇ ਨੇ ਕਿ ਫਲਾਂ ਬੰਦੇ ਦੇ ਕੋਲ ਕਰਾਮਾਤੀ ਤਾਕਤਾਂ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗਿਆਨ ਵੀ, ਬੁੱਧ ਵੀ, ਸਾਰੀਆਂ ਸਿੱਧੀਆਂ ਆਦਿਕ ਵੀ। ਇਹਦਾ ਨਾ ਅਰਥ ਲਾਸਟ ਦੇ ਵਿੱਚ ਜਾ ਕੇ ਸਾਨੂੰ ਸਮਝ ਆਏਗਾ। ਇਹਨਾਂ ਚੀਜ਼ਾਂ ਨੂੰ ਧਿਆਨ ਨਾਲ ਸੁਣਦੇ ਜਾਣਾ। ਵਿਦਿਆ, ਤਪ, ਜੋਗ, ਪ੍ਰਭ ਧਿਆਨ। ਵਿਦਿਆ, ਤਪ ਦਾ ਮਤਲਬ ਹੈ ਤਪਸ਼, ਯਾਨੀ ਸਰੀਰ ਨੂੰ ਦੁੱਖ ਦੇਣਾ, ਸਰੀਰ ਨੂੰ ਤਪਾਣਾ। ਤਪਾਨ ਤੋਂ ਬਣਿਆ ਹੈ ਤਪ। ਜਿਵੇਂ ਕਈ ਲੋਕ ਅੱਗ ਦੀਆਂ ਧੂਣੀਆਂ ਬਾਲ ਕੇ 4-5 ਤੇ ਆਪ ਵਿਚਕਾਰ ਬੈਠ ਜਾਂਦੇ ਹਨ ਤੇ ਸੋਚਦੇ ਨੇ ਇਹ ਭਗਤੀ ਹੈ, ਇਸ ਤਰ੍ਹਾਂ ਰੱਬ ਖੁਸ਼ ਹੋਏਗਾ। ਕਈ ਲੋਕ ਆਪਣੇ ਤਨ ਨੂੰ ਕਸ਼ਟ ਦਿੰਦੇ ਨੇ। ਸਿਆਲ ਦੇ ਦਿਨਾਂ ਵਿੱਚ ਸਿਰ ਇੱਕ ਕੜਵੰਜੀ ਲੈ ਕੇ ਨਾ ਉੱਚੀ, ਉਹਦੇ ਥੱਲੇ ਬੈਠ ਕੇ ਕੜਵੰਜੀ ਤੇ ਘੜਾ ਰੱਖ ਲੈਂਦੇ ਨੇ, ਉਹਦੇ ਵਿੱਚ ਇੱਕ ਛੇਕ ਕੱਢ ਕੇ ਤੇ ਪਾਣੀ ਪਾਈ ਜਾਂਦੇ ਨੇ, ਉਹਦੇ ਵਿੱਚ ਪਾਣੀ ਪੈਂਦਾ ਰਹਿੰਦਾ। 100 ਘੜੇ ਪਾਣੀ ਦੇ ਸਿਰ 'ਚ ਪਾਉਂਦੇ ਨੇ। ਕੋਈ ਉਲਟਾ ਲਟਕਦਾ ਹੈ, ਯਾਨੀ ਸਰੀਰ ਨੂੰ ਕਸ਼ਟ ਦੇਣਾ। ਯੋਗ ਦਾ ਮਤਲਬ ਤੁਸੀਂ ਸਮਝਦੇ ਹੋ, ਯੋਗਾ ਵਗੈਰਾ ਕਰਨਾ। ਤੇ ਧਿਆਨ ਦਾ ਮਤਲਬ ਸਮਾਧੀਆਂ ਲਾਣੀਆਂ। ਬਹੁਤ ਸਾਰੇ ਲੋਕ ਸਮਾਧੀਆਂ ਲਾਉਂਦੇ ਨੇ ਕਿ ਸਵੇਰੇ ਉੱਠ ਕੇ ਸਮਾਧੀ ਲਾਓ, ਔਰ ਸਮਾਧੀਆਂ ਲਾਣੀਆਂ ਸਿਖਾਈਆਂ ਜਾਂਦੀਆਂ ਨੇ ਕਿ ਸਮਾਧੀਆਂ ਲਾਉਣ ਦੇ ਨਾਲ ਰੱਬ ਮਿਲੇਗਾ। ਗੁਰੂ ਜੀ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੈ। ਅਸੀਂ ਜਪਜੀ ਸਾਹਿਬ ਜੀ ਦੀ ਪਹਿਲੀਆਂ ਪੰਕਤੀਆਂ ਵਿੱਚ ਚੀਜ਼ਾਂ ਪੜ੍ਹ ਆਏ ਹਾਂ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ, ਕਿ ਜੇ ਮੈਂ ਲਗਾਤਾਰ ਸਮਾਧੀ ਵੀ ਲਾਈ ਰੱਖਾਂ ਤਾਂ ਮਨ ਤਾਂ ਚੁੱਪ ਨਹੀਂ ਨਾ ਕਰਨਾ, ਮਨ ਦੇ ਵਿੱਚੋਂ ਵਿਕਾਰ ਤੇ ਨਹੀਂ ਨਾ ਜਾਣੇ, ਈਰਖਾ ਦਵੈਸ਼ ਵਗੈਰਾ ਖਤਮ ਨਹੀਂ ਹੋਣੀ। ਤਾਂ ਵਿਦਿਆ ਵੀ, ਤਪ ਵੀ, ਯੋਗ ਵੀ, ਔਰ ਧਿਆਨ ਵੀ। ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ। ਸ੍ਰੇਸ਼ਟ ਗਿਆਨ ਜਿਹੜਾ ਚੰਗੇ ਤੋਂ ਚੰਗਾ ਗਿਆਨ। ਤੀਰਥ ਇਸ਼ਨਾਨ ਦਾ, ਉੱਤਮ ਇਸ਼ਨਾਨ ਦਾ ਮਤਲਬ ਤੀਰਥਾਂ ਦਾ ਇਸ਼ਨਾਨ, ਚੰਗੇ ਸ੍ਰੇਸ਼ਟ ਇਸ਼ਨਾਨ, ਚੰਗੇ ਚੰਗੇ ਤੀਰਥਾਂ ਦੇ ਉੱਤੇ ਨਹਾਉਣਾ। ਚਾਰ ਪਦਾਰਥ ਕਮਲ ਪ੍ਰਗਾਸ। ਚਾਰ ਪਦਾਰਥ ਜਿਹੜੇ ਨੇ ਧਰਮ, ਅਰਥ, ਕਾਮ ਔਰ ਮੋਖ, ਇਹ ਚਾਰ ਪਦਾਰਥ ਨੇ। ਜਿਵੇਂ ਸੁਖਮਨੀ ਸਾਹਿਬ ਵਿੱਚ ਪਿੱਛੇ ਅਸੀਂ ਵਿਚਾਰ ਕਰ ਆਏ ਹਾਂ, ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ। ਇਹ ਚਾਰ ਪਦਾਰਥ ਹਨ ਧਰਮ, ਅਰਥ, ਕਾਮ ਔਰ ਮੋਖ। ਇਹ ਚਾਰੇ ਪਦਾਰਥ। ਕਮਲ ਪ੍ਰਗਾਸ ਦਾ ਮਤਲਬ ਹਿਰਦੇ ਰੂਪ ਕਮਲ ਦਾ ਖੇੜਾ। ਪ੍ਰਗਾਸ ਦਾ ਮਤਲਬ ਖੇੜਾ, ਕਮਲ ਦਾ ਮਤਲਬ ਕਮਲ ਯਾਨੀ ਸਾਡਾ ਹਿਰਦਾ, ਅੰਦਰਲਾ ਹਿਰਦਾ ਸਾਡਾ ਜਿਹੜਾ ਹੈ ਖਿੜ ਜਾਏ, ਮਨ ਖਿੜ ਜਾਏ ਖੁਸ਼ੀ ਦੇ ਨਾਲ। ਕਮਲ ਪ੍ਰਗਾਸ ਦਾ ਮਤਲਬ ਮਨ ਦਾ ਖੇੜਾ, ਮਨ ਦੀ ਖੁਸ਼ੀ। ਸਭ ਕੈ ਮੱਧ ਸਗਲ ਤੇ ਉਦਾਸ। ਸਾਰਿਆਂ ਦੇ ਵਿੱਚ ਰਹਿੰਦਾ ਹੋਇਆ
ਔਰ ਸਾਰਿਆਂ ਤੋਂ ਹੀ ਉਪਰਾਮ ਰਹਿਣਾ। ਉਦਾਸ ਦਾ ਮਤਲਬ ਇੱਥੇ ਚਿੰਤਾ ਨਹੀਂ ਹੈ, ਉਦਾਸ ਦਾ ਮਤਲਬ ਹੈ ਉਪਰਾਮ ਰਹਿਣਾ, ਕਿ ਸਾਰਿਆਂ ਦੇ ਵਿੱਚ ਰਹਿੰਦਾ ਤੇ ਹੈ ਲੇਕਿਨ ਉਹਦਾ ਕਿਸੇ ਦੇ ਨਾਲ ਮੋਹ ਨਹੀਂ, ਕਿਸੇ ਦੇ ਨਾਲ ਲਗਾਵ ਨਹੀਂ ਹੈ, ਕਿਸੇ ਦੇ ਨਾਲ ਵੀ ਲਗਾਵ ਨਹੀਂ ਹੈ, ਨਿਰਲੇਪ ਰਹਿਣਾ। ਸੁੰਦਰ ਚਤੁਰ ਤਤ ਕਾ ਬੇਤਾ, ਤਤ ਕਾ ਬੇਤਾ ਦਾ ਮਤਲਬ ਅਸਲੀਅਤ ਨੂੰ ਜਾਣਨ ਵਾਲਾ, ਮੂਲ ਪ੍ਰਭੂ ਦਾ ਮਹਿਰਮ। ਸੁੰਦਰ ਦਾ ਮਤਲਬ ਖੂਬਸੂਰਤ, ਪ੍ਰਵੀਨ, ਅਸਲੀਅਤ ਦਾ ਜਾਣੂ। ਸਮਦਰਸੀ ਏਕ ਦ੍ਰਿਸ਼ਟੀਤਾ, ਸਮਦਰਸੀ ਦਾ ਮਤਲਬ ਸਭ ਨੂੰ ਇੱਕ ਨਜ਼ਰ ਦੇ ਨਾਲ ਵੇਖਣ ਵਾਲਾ। ਏਕ ਦ੍ਰਿਸ਼ਟੀਤਾ ਦਾ ਮਤਲਬ ਇੱਕੋ ਨਜ਼ਰ ਨਾਲ ਜਾਣਨ ਵਾਲਾ, ਸਭ ਨੂੰ ਇੱਕੋ ਜਿਹਾ ਜਾਣਨਾ। ਸਮਦਰਸੀ ਦਾ ਮਤਲਬ ਹਰ ਇੱਕ ਦੇ ਨਾਲ ਬਰਾਬਰ ਦਾ ਵਿਹਾਰ ਕਰਨਾ, ਕਿਸੇ ਨਾਲ ਮੇਲ ਤੇਲ ਦੇ ਵਿਤਕਰੇ ਨਾ ਕਰਨੇ। ਔਰ ਏਕ ਦ੍ਰਿਸ਼ਟੀਤਾ ਦਾ ਮਤਲਬ ਸਾਰਿਆਂ ਨੂੰ ਇੱਕੋ ਨਜ਼ਰ ਦੇ ਨਾਲ ਤੱਕਣਾ, ਜਿਵੇਂ ਕਿ ਮੇਰੇ ਸਾਰੇ ਹੀ ਆਪਣੇ ਨੇ। ਜਿਵੇਂ ਆਪਣੇ ਬੱਚਿਆਂ ਨੂੰ, ਆਪਣੇ ਭੈਣਾਂ ਭਰਾਵਾਂ ਨੂੰ ਮੈਂ ਤੱਕਣਾ, ਇਸੇ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਤੱਕਦਾ ਹਾਂ, ਨਜ਼ਰੀਆ ਇੱਕੋ ਹੀ ਹੈ। ਜਿਵੇਂ ਮੈਂ ਆਪਣੇ ਪਰਿਵਾਰ ਦੇ ਨਾਲ ਵਿਚਰਦਾ ਹਾਂ ਉਵੇਂ ਮੈਂ ਤੁਹਾਡੇ ਨਾਲ ਵਿਚਰਦਾ, ਯਾਨੀ ਉਹ ਬੰਦੇ ਦਾ ਵਰਤਾਵ ਇੱਕੋ ਜਿਹਾ ਹੋਏ। ਸਮਦਰਸੀ ਦਾ ਮਤਲਬ ਸਾਰਿਆਂ ਨੂੰ ਇੱਕੋ ਜਿਹਾ ਜਾਣਨ ਵਾਲਾ, ਏਕ ਦ੍ਰਿਸ਼ਟੀਤਾ ਦਾ ਮਤਲਬ ਇੱਕੋ ਨਜ਼ਰ ਨਾਲ ਵੇਖਣ ਵਾਲਾ। ਇਹ ਫਲ ਤਿਸ ਜਨ ਕੈ ਮੁਖ ਭਨੇ। ਹੁਣ ਜਿਹੜੇ ਭਨੇ ਦਾ ਮਤਲਬ ਬੋਲੇ ਨੇ, ਇਹ ਸਾਰੇ ਫਲ ਜਿਹੜੇ ਪਿੱਛੇ ਸੀ ਗਿਣਾ ਆ ਨਾ, ਇਹ ਸਾਰੇ ਦੇ ਸਾਰੇ ਫਲ ਜਿਹੜੇ ਨੇ, ਮੈਂ ਇਹਨਾਂ ਨੂੰ ਦੁਬਾਰਾ ਫਿਰ ਆਪ ਦੇ ਨਾਲ ਥੋੜਾ ਜਿਹਾ ਸਾਂਝੀ ਕਰਦੇ ਹਾਂ ਗੱਲ, ਕਿ ਮੁਕਤੀ, ਸ਼ਾਂਤੀ, ਰਿੱਧੀ, ਨੌ ਨਿਧੀ, ਬੁੱਧੀ, ਗਿਆਨ, ਸਾਰੀਆਂ ਸਿੱਧੀਆਂ, ਵਿਦਿਆ, ਤਪ, ਜੋਗ, ਧਿਆਨ, ਗਿਆਨ, ਤੀਰਥਾਦਿਕ ਦਾ ਇਸ਼ਨਾਨ, ਚਾਰ ਪਦਾਰਥ, ਹਿਰਦੇ ਦਾ ਖੇੜਾ, ਸਾਰਿਆਂ ਦੇ ਵਿੱਚ ਰਹਿਣਾ, ਸਾਰਿਆਂ ਤੋਂ ਉਦਾਸ ਰਹਿਣਾ, ਸੁੰਦਰ, ਫਿਰ ਸਿਆਣਾ ਔਰ ਅਸਲੀਅਤ ਨੂੰ ਜਾਣਨ ਵਾਲਾ, ਸਾਰਿਆਂ ਨਾਲ ਇੱਕੋ ਜਿਹਾ ਵਿਹਾਰ ਕਰਨ ਵਾਲਾ, ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਤੱਕਣ ਵਾਲਾ। ਇਹ ਸਾਰੇ ਫਲ, ਇਹ ਸਾਰੇ ਦੇ ਸਾਰੇ ਫਲ ਜਿਹੜੇ ਗਿਣੇ ਨੇ, ਤਿਸ ਜਨ ਕੈ ਮੁਖ ਭਨੇ, ਉਸ ਮਨੁੱਖ ਦੇ ਅੰਦਰ ਆ ਵਸਦੇ ਨੇ। ਯਾਨੀ ਇਹ ਸਾਰੀਆਂ ਦਾਤਾਂ ਉਹਨੂੰ ਮਿਲ ਗਈਆਂ। ਸਮਝੋ ਕਿਹਨੂੰ ਮਿਲ ਗਈਆਂ? ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਇੱਥੇ ਹੇ ਨਾਨਕ, ਜਿਨੇ ਗੁਰੂ ਦੇ ਬਚਨ ਔਰ ਪ੍ਰਭੂ ਦਾ ਮੂੰਹ ਹੈ, ਪ੍ਰਭੂ ਦਾ ਨਾਮ, ਹੁਕਮ ਜਿਹੜਾ ਮਨ ਕਰਕੇ ਸੁਣਦਾ ਹੈ ਔਰ ਜ਼ੁਬਾਨ ਦੇ ਨਾਲ ਬੋਲਦਾ ਹੈ। ਗੁਰੂ ਨਾਨਕ ਨਾਮ ਬਚਨ ਮਨ ਸੁਨੇ ਦਾ ਮਤਲਬ, ਹੈ ਨਾਨਕ, ਜੋ ਗੁਰੂ ਦੇ ਬਚਨ, ਗੁਰਬਚਨ, ਗੁਰੂ ਦੇ ਬਚਨ ਤੇ ਨਾਮ ਦਾ ਮਤਲਬ ਰੱਬ ਦਾ ਹੁਕਮ, ਮਨ ਸੁਨੇ, ਮਨ ਦਾ ਮਤਲਬ ਜੋ ਮਨ ਕਰਕੇ ਸੁਣਦਾ ਹੈ, ਮਨ ਲਾ ਕੇ, ਔਰ ਜੋ ਇਹਨਾਂ ਨੂੰ ਅਮਲ ਵਿੱਚ ਲਿਆਉਂਦਾ ਹੈ, ਇਹ ਸਾਰੇ ਫਲ ਉਹਨੂੰ ਮਿਲ ਜਾਂਦੇ ਨੇ। ਯਾਨੀ ਦੁਨੀਆ ਦੇ ਜੋ ਕੁਛ ਵੀ ਅਸੀਂ ਚਾਹੁੰਦੇ ਹਾਂ ਨਾ, ਕਿ ਇਹ ਤੀਰਥ ਇਸ਼ਨਾਨ ਨਾਲ ਸਾਨੂੰ ਜੇ ਇਹ ਹੋ ਜਾਏਗਾ, ਇਹ ਜਾਂ ਜੋ ਕੁਛ ਵੀ ਜਿਹੜੀਆਂ ਪਿੱਛੇ ਦਾਤਾਂ ਗਿਣੀਆਂ ਨੇ, ਇਹ ਸਾਰੇ ਦੇ ਸਾਰੇ ਫਲ ਉਸ ਮਨੁੱਖ ਨੂੰ ਮਿਲ ਜਾਂਦੇ ਨੇ। ਮਿਲ ਗਏ ਜਾਣੋ, ਜਿਹੜਾ ਗੁਰੂ ਦੇ ਬਚਨਾਂ ਨੂੰ ਸੁਣਦਾ ਹੈ ਔਰ ਰੱਬ ਦੇ ਹੁਕਮ ਵਿੱਚ ਤੁਰਦਾ। ਰੱਬ ਦੇ ਹੁਕਮ ਵਿੱਚ ਤੁਰਨਾ, ਗੁਰੂ ਦੇ ਗਿਆਨ ਰਾਹੀਂ, ਤਾਂ ਇਹ ਸਾਰੀਆਂ ਦਾਤਾਂ ਦੀ ਪ੍ਰਾਪਤੀ ਹੈ। ਯਾਨੀ ਸਾਰੀਆਂ ਦਾਤਾਂ ਜਿਹੜੀਆਂ ਨੇ ਰੱਬ ਦੇ ਹੁਕਮ ਵਿੱਚ ਨੇ, ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈ, ਗੁਰੂ ਦੇ ਗਿਆਨ ਤੋਂ ਬਾਹਰ ਕੁਛ ਵੀ ਨਹੀਂ। ਕਿਉਂਕਿ ਇਸ ਦੁਨੀਆ ਦੇ ਅੰਦਰ ਜ਼ਿੰਦਗੀ ਜੀਣ ਵਾਸਤੇ ਗਿਆਨ ਚਾਹੀਦਾ ਹੈ। ਜੇ ਗਿਆਨ ਦੀ ਗਲਤ ਵਰਤੋਂ ਕਰਾਂਗੇ ਤਾਂ ਜ਼ਿੰਦਗੀ ਬਰਬਾਦ ਹੋਏਗੀ। ਗਿਆਨ ਦੀ ਅਤਿਅੰਤ ਜ਼ਰੂਰਤ ਹੈ। ਇਸ ਲਈ ਗੁਰਦੇਵ ਪਾਤਸ਼ਾਹ ਨੇ ਜਪਜੀ ਸਾਹਿਬ ਜੀ ਦੀ ਜੋ ਅੰਤਲੀ ਪੌੜੀ ਹੈ, ਜਿਸ ਵਿੱਚ ਅਸੀਂ ਵਿਚਾਰਿਆ ਸੀ ਨਾ, ਅਹਰਣ ਮਤ, ਵੇਦ ਹਥਿਆਰ, ਪੌ ਖਲਾ, ਅਗਨ ਤਪਤਾਓ, ਭਾਂਡਾ ਪਾਓ, ਅੰਮ੍ਰਿਤ ਢਾਲ, ਕੜੀਏ ਸ਼ਬਦ, ਸੱਚੀ ਟਕਸਾਲ, ਕਿੰਨੇ ਗੁਣ ਕਿ ਇਹਨਾਂ ਗੁਣਾਂ ਦੇ ਧਾਰਨੀ ਹੋਵੋ। ਆਸਾ ਕੀ ਵਾਰ ਵਿੱਚ ਅਸੀਂ ਵਿਚਾਰਿਆ ਸੀ, ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਕਿ ਇਹਨਾਂ ਗੁਣਾਂ ਦੇ ਧਾਰਨੀ ਹੋਵੋ। ਗੁਰੂ ਜੀ ਸਾਨੂੰ ਹਰ ਸ਼ਬਦ ਦੇ ਅੰਦਰ ਇਹ ਸਮਝਾ ਰਹੇ ਹਨ ਕਿ ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ।
ਕਿ ਅਵਗੁਣਾਂ ਦਾ ਤਿਆਗ ਕਰੋ ਭਾਈ, ਗੁਣਾਂ ਦੇ ਧਾਰਨੀ ਹੋਵੋ, ਕਿਉਂਕਿ ਅਵਗੁਣ ਕਰਕੇ ਜ਼ਿੰਦਗੀ ਦੇ ਅੰਦਰ ਪਛਤਾਵਾ ਹੋਏਗਾ। ਇਸ ਲਈ ਜੀਵਨ ਦੇ ਅੰਦਰ ਗੁਣ, ਗੁਰੂ ਦਾ ਗਿਆਨ, ਰੱਬੀ ਹੁਕਮ ਦੇ ਅਨੁਸਾਰ ਤੁਰਨਾ, ਇਹ ਤੱਤ ਮੂਲ ਹੈ, ਇਹ ਸੁੱਖਾਂ ਦੀ ਮਣੀ ਹੈ। ਜੋ ਗੁਰੂ ਦੇ ਗਿਆਨ ਮੁਤਾਬਕ ਰੱਬੀ ਰਜਾ ਦੇ ਅੰਦਰ ਤੁਰਦਾ ਹੈ, ਉਹਨੂੰ ਇਹ ਸਾਰੀਆਂ ਦੀਆਂ ਸਾਰੀਆਂ ਦਾਤਾਂ ਮਿਲ ਗਈਆਂ ਜਾਣੋ। ਤਾਂ ਸਾਡੇ ਵਾਸਤੇ ਸਭ ਤੋਂ ਮਹਾਨ ਕੀ ਹੋਇਆ? ਗੁਰੂ ਦੇ ਗਿਆਨ ਰਾਹੀਂ ਰੱਬੀ ਹੁਕਮ ਨੂੰ ਸਮਝ ਕੇ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਣੀ। ਅਗਲਾ ਬਚਨ ਕਰਦੇ ਨੇ, ਇਹ ਨਿਧਾਨ ਜਪੈ ਮਨ ਕੋਏ। ਇਹ ਨਿਧਾਨ ਦਾ ਮਤਲਬ ਖਜ਼ਾਨਾ, ਜਪੈ ਦਾ ਮਤਲਬ, ਜਪ ਦਾ ਮਤਲਬ ਜਾਣਨਾ, ਜਪ ਦਾ ਮਤਲਬ ਜਾਣਨਾ, ਉਹਦੇ ਨਾਲ ਸੰਬੰਧ ਬਣਾਉਣਾ। ਜਿਹੜਾ ਵੀ ਇਸ ਨਾਮ ਖਜ਼ਾਨੇ ਨੂੰ ਜਾਣਦਾ ਹੈ, ਜਾਣ ਪਹਿਚਾਨ ਬਣਾਉਂਦਾ ਹੈ, ਯਾਨੀ ਗੁਣਾਂ ਦਾ ਧਾਰਨੀ ਹੁੰਦਾ ਹੈ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਆਦਿਕ ਦੇ ਸ਼ੁਭ ਜਜ਼ਬਿਆਂ ਨੂੰ, ਜੋ ਇਹ ਖਜ਼ਾਨਾ ਹੈ ਗੁਣਾਂ ਦਾ, ਜੋ ਇਹ ਗੁਣਾਂ ਦੇ ਖਜ਼ਾਨੇ ਨੂੰ ਜਪਦਾ ਹੈ, ਜਾਣਦਾ ਹੈ, ਆਪਣੀ ਮਨ ਬੁੱਧ ਦੇ ਅੰਦਰ ਵਸਾਉਂਦਾ ਹੈ, ਜੋ ਉਹ ਇਹਨਾਂ ਚੀਜ਼ਾਂ ਦੇ ਉੱਤੇ ਅਮਲ ਕਰਦਾ ਹੈ, ਸਭ ਜੁਗ ਮਹਿ ਤਾਕੀ ਗਤ ਹੋਏ। ਜੁਗ ਦਾ ਮਤਲਬ ਸਮਾਂ, ਸਭ ਜੁਗ ਦਾ ਮਤਲਬ ਸਭ ਸਮੇਂ ਵਿੱਚ, ਹਰ ਸਮੇਂ। ਤਾਕੀ ਗਤ ਹੋਏ ਦਾ ਮਤਲਬ ਉਹਦੀ ਉੱਚੀ ਅਵਸਥਾ ਹੋ ਜਾਂਦੀ ਹੈ ਹਰ ਸਮੇਂ, ਚਾਹੇ ਉਹ ਬੀਤ ਗਿਆ ਸਮਾਂ ਜਾਂ ਅੱਜ ਚੱਲ ਰਿਹਾ ਸਮਾਂ ਜਾਂ ਆਉਣ ਵਾਲਾ ਸਮਾਂ ਹੈ, ਸਮਾਂ ਕੋਈ ਵੀ ਹੋਵੇ। ਜਿਹੜਾ ਵੀ ਇਨਸਾਨ ਗੁਰੂ ਦੇ ਗਿਆਨ ਮੁਤਾਬਕ ਰੱਬੀ ਰਜਾ ਵਿੱਚ ਤੁਰਦਿਆਂ ਇਹਨਾਂ ਗੁਣਾਂ ਦਾ ਧਾਰਨੀ ਹੋਏਗਾ, ਹਰ ਸਮੇਂ ਹਰ ਵਕਤ ਉਹਦੀ ਉੱਚੀ ਅਵਸਥਾ ਹੋ ਜਾਏਗੀ, ਉਹਦੇ ਅੰਦਰ ਇਨਸਾਨੀਅਤ ਪੈਦਾ ਹੋ ਜਾਏਗੀ, ਉਹਦੀ ਸੋਚ ਦੁਨੀਆ ਦੇ ਨਾਲੋਂ ਮਹਾਨ ਹੋਏਗੀ। ਆਪਣੇ ਚੌਗਿਰਦੇ ਵਿੱਚ ਅਸੀਂ ਦੇਖ ਸਕਦੇ ਹਾਂ, ਸਾਨੂੰ ਕੁਝ ਸਾਡੇ ਰਿਸ਼ਤੇਦਾਰ, ਕੁਝ ਸੱਜਣ ਮਿੱਤਰ, ਯਾਰ ਦੋਸਤ, ਅੜੋਸੀ ਪੜੋਸੀ, ਸਮਾਜ ਅੰਦਰ ਐਸੇ ਮਿਲ ਜਾਂਦੇ ਨੇ ਜਿਨ੍ਹਾਂ ਦਾ ਸੁਭਾਅ ਬਹੁਤ ਚੰਗਾ ਹੈ, ਜਿਨ੍ਹਾਂ ਦੀ ਬੋਲ ਬਾਣੀ ਬੜੀ ਪਿਆਰੀ ਹੈ, ਜਿਨ੍ਹਾਂ ਨੂੰ ਮਿਲ ਕੇ ਖੁਸ਼ੀ ਹੁੰਦੀ ਹੈ। ਤੇ ਐਸੇ ਲੋਕ ਵੀ ਮਿਲ ਜਾਂਦੇ ਨੇ ਜਿਨ੍ਹਾਂ ਨੂੰ ਵੇਖ ਕੇ ਰਾਸਤਾ ਬਦਲੀਦਾ ਹੈ ਕਿ ਇਹਦੇ ਤੋਂ ਬਚ ਹੀ ਜਾਈਏ ਤਾਂ ਠੀਕ ਹੈ, ਜਿਨ੍ਹਾਂ ਦੀ ਬੋਲ ਬਾਣੀ ਦਿਲਾਂ ਨੂੰ ਵਲੂੰਦਰ ਜਾਂਦੀ ਹੈ। ਐਵੇਂ ਦੇ ਵੀ ਮਿਲ ਜਾਂਦੇ ਨੇ, ਹਰ ਸਮੇਂ ਐਸੇ ਲੋਕ ਵੀ ਮਿਲਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਰੱਬੀ ਰਜਾ ਵਿੱਚ ਤੁਰਦਾ ਹੈ, ਜੋ ਰੱਬ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਹਰ ਸਮੇਂ ਹੀ ਉਹਦੀ ਉੱਚੀ ਅਵਸਥਾ ਹੁੰਦੀ ਹੈ। ਇਹਦਾ ਮਤਲਬ ਹਰ ਸਮੇਂ ਪੋਸੀਬਿਲਿਟੀ ਹੈ ਕਿ ਅਸੀਂ ਆਪਣੀ ਸੁਰਤ ਨੂੰ ਉੱਚੀ ਕਰ ਲਈਏ। ਕੋਈ ਵੀ ਦੁਨੀਆ ਦਾ ਬੰਦਾ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਕੋਈ ਵੀ, ਇਸਤਰੀ, ਪੁਰਸ਼, ਬੱਚੀ, ਬੱਚਾ, ਬਜ਼ੁਰਗ, ਕੋਈ ਵੀ, ਹਰ ਸਮੇਂ ਜਦੋਂ ਵੀ ਗੁਣਾਂ ਦਾ ਧਾਰਨੀ ਹੋਏਗਾ, ਸੁਰਤ ਉੱਚੀ ਹੋ ਜਾਏਗੀ, ਇਨਸਾਨੀਅਤ ਪੈਦਾ ਹੋ ਜਾਏਗੀ। ਗੁਣ ਗੋਬਿੰਦ ਨਾਮ ਤੁਨ ਬਾਣੀ। ਉਸ ਮਨੁੱਖ ਦੇ ਸਧਾਰਨ ਬਚਨ ਵੀ ਗੋਬਿੰਦ ਦੇ ਗੁਣ ਔਰ ਨਾਮ ਦੀ ਰੌਂ ਹੀ ਹੁੰਦੇ ਨੇ। ਯਾਨੀ ਉਸ ਮਨੁੱਖ ਦੇ ਅੰਦਰ ਜੋ ਇਹਨਾਂ ਗੁਣਾਂ ਦਾ ਧਾਰਨੀ, ਜਿਨੇ ਸੁੱਖਾਂ ਦੀ ਮਣੀ ਰੱਬੀ ਹੁਕਮ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਿਆ ਹੈ, ਜੋ ਗੁਰੂ ਗਿਆਨ ਮੁਤਾਬਕ ਰੱਬੀ ਰਜਾ ਨੂੰ ਸਮਝ ਕੇ ਜ਼ਿੰਦਗੀ ਜੀਂਦਾ ਹੈ, ਗੋਬਿੰਦ ਦੇ ਗੁਣ ਉਹਦੀ ਜ਼ਿੰਦਗੀ ਵਿੱਚ ਨੇ। ਤੇ ਉਹਦੀ ਜੋ ਬਾਣੀ ਦਾ ਮਤਲਬ ਜੋ ਉਹਦੀ ਬਚਨ ਨੇ, ਉਹ ਵੀ ਗੁਣਾਂ ਵਾਲੇ ਹੁੰਦੇ ਨੇ, ਕਿਉਂਕਿ ਉਹਨਾਂ ਨੇ ਨਜਾਇਜ਼ ਬੋਲਣਾ ਹੀ ਨਹੀਂ। ਜੋ ਰੱਬ ਦਾ ਪਿਆਰਾ ਹੈ ਉਹ ਕਿਸੇ ਦੀ ਨਿੰਦਾ ਨਹੀਂ ਕਰੇਗਾ। ਜੇ ਉਹਦੇ ਤੋਂ ਸਲਾਹ ਮੰਗੋਗੇ ਤੇ ਤੁਹਾਨੂੰ ਭੈੜੀ ਸਲਾਹ ਨਹੀਂ ਦੇਵੇਗਾ। ਤਾਂ ਉਹਦਾ ਜਿੰਨਾ ਬੋਲਣਾ ਹੈ ਉਹ ਸਾਰਾ ਬੋਲਣਾ ਹੀ ਗਿਆਨ ਹੋਏਗਾ। ਉਹ ਜਿਹੜਾ ਉਹਦਾ ਵੇਖਣਾ ਹੈ ਨਾ, ਤੱਕਣਾ, ਉਹਦਾ ਤੱਕਣਾ ਹੀ ਸਮਾਧੀ ਹੋ ਜਾਏਗੀ। ਉਹਨੂੰ ਵੱਖਰੀ ਸਮਾਧੀ ਲਾਉਣ ਦੀ ਲੋੜ ਨਹੀਂ। ਕੋਈ ਇਸ ਤਰ੍ਹਾਂ ਸਵੇਰੇ ਬੈਠਾ ਹੋਵੇ, ਐਵੇਂ ਉਹਨੂੰ ਲੋੜ ਨਹੀਂ ਹੈਗੀ। ਜੇਤਾ ਬੋਲਣ ਤੇਤਾ ਗਿਆਨ, ਜੇਤਾ ਪੇਖਣ ਤੇਤਾ ਧਿਆਨ। ਉਹ ਜੋ ਕੁਝ ਵੇਖਦਾ ਹੈ ਧਿਆਨ ਨਹੀਂ ਹੈ, ਕਿਉਂਕਿ ਉਹਦੇ ਧਿਆਨ ਦੇ ਵਿੱਚ ਰੱਬ ਹੈ, ਉਹਦੇ ਧਿਆਨ ਵਿੱਚ ਸ਼ੁਭ ਗੁਣ ਨੇ, ਉਹਦੇ ਧਿਆਨ ਦੇ ਅੰਦਰ ਸੱਚਾਈ ਹੈ, ਉਹਦੇ ਧਿਆਨ ਦੇ ਅੰਦਰ ਇਨਸਾਨੀਅਤ ਹੈ।
ਉਹਦੇ ਬੋਲਾਂ ਦੇ ਅੰਦਰ ਮਿਠਾਸ ਹੈ, ਉਹਦੇ ਬੋਲਾਂ ਵਿੱਚ ਪੋਜ਼ਿਟਿਵਿਟੀ ਹੈ, ਉਹਦੇ ਬੋਲਾਂ ਵਿੱਚ ਸਕਾਰਾਤਮਕਤਾ ਹੈ, ਪਰਉਪਕਾਰ ਦੇ ਬਚਨ ਨੇ, ਤਾਂ ਉਹਦੇ ਅੰਦਰ ਇਹ ਰੋਹ ਹਰ ਵਕਤ ਹੀ ਚੱਲਦੀ ਰਹਿੰਦੀ ਹੈ, ਨਿਰਯਤਾ ਨਹੀਂ ਚੱਲਦੀ ਰਹਿੰਦੀ ਹੈ। ਸਿਮਰਿਤ ਸ਼ਾਸਤਰ वेद बखानी, इनू शास्त्र नहीं पढ़ना, त्र करके बोलना है, शास्त्र ते सिमरत नहीं बोलना। जिहड़ी मम्मे दे नाल सिहारी लगी है ये रारे नाल बोलेगी, सिमरित, मृत अद्धा रारा, सिमरित शास्त्र वेद बखानी। सिमरतियां शास्त्रां वेदां ने भी ये गल कही है, सिमरतियां शास्त्र वेदां नूं पढ़न वाले भी ये गल कह रहे हैं। ਕਿਹੜੀ ਗੱਲ? ਕਿ ਜਿਹੜੇ ਰੱਬੀ ਰਜਾ ਦੇ ਅੰਦਰ ਤੁਰਦੇ ਨੇ ਉਹਨਾਂ ਦੀ ਬੋਲ ਬਾਣੀ ਵੀ ਗੋਬਿੰਦ ਦੇ ਗੁਣਾਂ ਵਾਲੀ ਹੁੰਦੀ ਹੈ, ਔਰ ਉਹਨਾਂ ਦੇ ਅੰਦਰ ਇੱਕ ਧੁਨ ਦਾ ਮਤਲਬ ਰੌਂ, ਰੱਬੀ ਗੁਣਾਂ ਦੀ ਰੌਂ ਹਮੇਸ਼ਾ ਚੱਲਦੀ ਰਹਿੰਦੀ ਹੈ। ਸਗਲ ਮਤਾਂਤ ਕੇਵਲ ਹਰ ਨਾਮ। ਮਤਾਂਤ ਦਾ ਮਤਲਬ ਮਤ ਪਲਸ ਅੰਤ। ਮਤਾਂਤ ਦਾ ਜਦੋਂ ਸੰਧੀ ਵਿਛੇਦ ਕਰਾਂਗੇ ਨਾ, दो शब्द बननगे, मत प्लस अंत। मतां दा अंत, मतां दा सिट्टा, निचोड़। जिन्ने भी मत मतांतर ने, जिन्ने भी धर्म ने, मजहब ने, जिन्ने भी मत ने इस दुनिया विच, गुरु जी कहंदे ने सारियां दा जो मतांत, जो निचोड़ है, सगल मतांत, सारे मतां दा अंत, सारे मतां दा निचोड़ जे कढिए ਤਾਂ ਕੀ ਹੈ? ਕੇਵਲ ਹਰ ਨਾਮ, ਰੱਬ ਦਾ ਨਾਮ। ਤੇ ਨਾਮ ਦਾ ਮਤਲਬ ਹੁਕਮ। ਹੁਕਮ ਸਾਰੇ ਮਤਾਂ ਦਾ ਨਿਚੋੜ ਹੈ। ਜੇ ਰੱਬ ਦੇ ਹੁਕਮ ਤੋਂ ਬਾਹਰ ਕੋਈ ਗੱਲ ਕਰਦਾ ਹੈ ਤਾਂ ਸਮਝ ਲੈਣਾ ਉਹ ਬਚਨ ਠੀਕ ਨਹੀਂ ਹਨ, ਅਧੂਰੇ ਨੇ, ਉਹ ਕਦੇ ਪੂਰੇ ਨਹੀਂ ਹੋਣਗੇ। ਕਿਉਂਕਿ ਰੱਬ ਦੀ ਰਜ਼ਾ ਤੋਂ ਬਾਹਰ ਅਸੀਂ ਕੁਝ ਕਰ ਨਹੀਂ ਸਕਦੇ, ਕੋਈ ਵੀ ਨਹੀਂ ਕੁਝ ਕਰ ਸਕਦਾ। ਗੁਰੂ ਜੀ ਨੇ ਮੋਹਰ ਲਗਾਈ ਹੈ ਨਾ, ਹੁਕਮੇ ਅੰਦਰ ਸਭ ਕੋ। ਸਭ ਕੋ ਦਾ ਮਤਲਬ ਸਭ ਕੋ। ਉਹਦੇ ਵਿੱਚ ਇਹ ਨਹੀਂ ਕਿ ਹਿੰਦੂ ਨਹੀਂ ਜਾਂ ਮੁਸਲਮਾਨ ਨਹੀਂ ਜਾਂ ਸਿੱਖ ਨਹੀਂ ਜਾਂ ਈਸਾਈ ਨਹੀਂ, ਕਿ ਫਲਾਂ ਬੰਦੇ ਨੂੰ ਛੱਡ ਕੇ ਬਾਕੀ ਸਾਰੇ, ਐਵੇਂ ਨਹੀਂ। ਸਭ ਕੋ ਦਾ ਮਤਲਬ ਸਭ ਕੋਈ, ਨਿੱਕੀ ਜਿਹੀ ਕੀੜੀ ਤੋਂ ਲੈ ਕੇ ਵੱਡੇ ਸਾਰੇ ਹਾਥੀ ਤੱਕ, ਧੂਲ ਦੇ ਕਿਣਕੇ ਤੋਂ ਲੈ ਕੇ ਵੱਡੇ ਸਾਰੇ ਬ੍ਰਹਿਮੰਡ, ਅਨੰਤ ਆਕਾਸ਼ ਗੰਗਾਵਾਂ ਤੱਕ, ਮਨੁੱਖ ਮਾਤਰ, ਪਸ਼ੂ ਪੰਛੀ, ਜੋ ਕੁਝ ਵੀ ਹੈ ਹੁਕਮ ਦੇ ਵਿੱਚ ਹੈ, ਹੁਕਮ ਤੋਂ ਬਾਹਰ ਨਹੀਂ। ਹੁਣ ਹੁਕਮ ਸਮਝ ਨੂੰ, ਹੁਕਮ ਸ਼ਬਦ ਨੂੰ ਇੱਥੇ ਸਿਸਟਮ ਕਹਿ ਕੇ ਸਮਝਣ ਦੀ ਟਰਾਈ ਕਰੋ ਕਿ ਸਿਸਟਮ ਤੋਂ ਬਾਹਰ ਕੁਝ ਹੋ ਸਕਦਾ ਹੈ? ਸਿਸਟਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਕਿ ਕੋਈ ਜੋਤਸ਼ੀ, ਕੋਈ ਬਾਬਾ ਜਾਂ ਕੋਈ ਅਮੀਰ ਹੁਕਮ ਤੋਂ ਬਾਹਰ ਕੁਝ ਕਰ ਸਕਦਾ ਹੈ? ਸਿਸਟਮ ਤੋਂ ਬਾਹਰ ਬਿਲਕੁਲ ਨਹੀਂ ਕਰ ਸਕਦਾ। ਹਾਂ, ਜੋ ਮਨੁੱਖੀ ਸਿਸਟਮ ਨੇ, ਇੱਥੇ ਅਸੀਂ ਗੜਬੜ ਕਰ ਸਕਦੇ ਹਾਂ ਕਿ ਰਿਸ਼ਵਤ ਦੇ ਕੇ ਤੇ ਕਿਸੇ ਅਪਰਾਧੀ ਨੂੰ ਅਸੀਂ ਛਡਾ ਦੇਈਏ ਤੇ ਕਿਸੇ ਚੰਗੇ ਭਲੇ ਬੰਦੇ ਨੂੰ ਜੇਲ੍ਹ ਵਿੱਚ ਪਵਾ ਦੇਈਏ। ਇਹ ਸਾਡੇ ਬਣਾਏ ਹੋਏ ਨੇਮ ਨੇ, ਇਹ ਸਾਡੇ ਮਾੜੇ ਕਰਮ ਨੇ ਕਿ ਅਸੀਂ ਹੁਣ ਜੇ ਕਿਸੇ ਨੂੰ ਨਿਆਂ ਨਹੀਂ ਮਿਲ ਰਿਹਾ ਤਾਂ ਉਹ ਸਾਡੀਆਂ ਪ੍ਰੋਬਲਮਸ ਨੇ, ਸਾਡੀਆਂ ਅਦਾਲਤਾਂ ਜਾਂ ਸਾਡੇ ਇਹਨਾਂ ਦੇ ਵਿੱਚ ਸਿਸਟਮ ਦੇ ਵਿੱਚ ਗੜਬੜ ਹੈ। ਰਿਸ਼ਵਤਖੋਰੀ, ਚੋਰ ਬਜ਼ਾਰੀ 2 ਨੰਬਰ ਦੇ ਧੰਦੇ ਨੇ ਤੇ ਇਹ ਸਾਡੀ ਪ੍ਰੋਬਲਮ ਹੈ। ਰੱਬੀ ਹੁਕਮ ਦੇ ਅੰਦਰ, ਰੱਬੀ ਸਿਸਟਮ ਦੇ ਅੰਦਰ ਨਹੀਂ ਕੁਝ ਅੰਦਾਜ਼ੀ ਕੀਤੀ ਜਾ ਸਕਦੀ। ਜੇ ਕੋਈ ਬੰਦਾ ਕਹੇ ਕਿ ਮੈਂ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਰਹਿ ਸਕਣਾ, ਤੇ ਐਸਾ ਨਹੀਂ। ਹੁਣ ਕਈ ਲੋਕ ਕਹਿੰਦੇ ਨੇ ਨਹੀਂ ਜੀ ਸਾਡੇ ਬਾਬੇ ਵਿੱਚ ਤੇ ਬੜੀ ਤਾਕਤ, ਸਾਡੇ ਬਾਬੇ ਵਿੱਚ ਤੇ ਉਹ ਕਰਾਮਾਤਾਂ, ਫਲਾਂ ਬਾਬਾ। ਹੁਣ ਕਈਆਂ ਬਾਬਿਆਂ ਦੀਆਂ ਕਿਤਾਬਾਂ ਮਿਲਦੀਆਂ ਨੇ ਨਾ, ਉਹਦੇ ਵਿੱਚ ਬੜੀਆਂ ਕਰਾਮਾਤਾਵਾਂ ਜੋੜੀਆਂ ਹੁੰਦੀਆਂ ਨੇ ਬਹੁਤ ਸਾਰੇ ਬਾਬਿਆਂ ਦੇ ਨਾਲ, ਕਿ ਬਾਬਾ ਜੀ ਫਲਾਣੇ ਥਾਂ ਤੇ ਗਏ, ਰੁੱਖ ਬਿਲਕੁਲ ਸੁੱਕਾ ਸੀ, ਜਦੋਂ ਥੱਲੇ ਜਾ ਕੇ ਬੈਠੇ ਤੇ ਰੁੱਖ ਹਰਾ ਭਰਾ ਹੋ ਗਿਆ। ਐਵੇਂ ਨਹੀਂ ਹੁੰਦਾ। ਜਾਂ ਵੀ ਉੱਥੇ ਗਏ ਤੇ ਉਹ ਸੇਬ ਦਿੱਤੇ 2 ਤੇ ਉਹਨਾਂ ਦੇ ਘਰ 2 ਮੁੰਡੇ ਹੋ ਗਏ। ਸੇਬਾਂ ਨਾਲ ਮੁੰਡੇ ਨਹੀਂ ਹੁੰਦੇ, ਐਵੇਂ ਨਹੀਂ ਹੁੰਦਾ, ਕੁਝ ਵੀ ਨਹੀਂ ਹੁੰਦਾ ਹੈ। ਇਹ ਸਾਡੀਆਂ ਧਾਰਨਾਵਾਂ ਨੇ। ਤਾਂ ਗੁਰੂ ਜੀ ਕਹਿੰਦੇ ਨੇ ਸਗਲ ਮਤਾਂ, ਸਾਰੇ ਧਰਮਾਂ ਦਾ, ਮਤਾਂ ਮਤਾਂਤਰਾਂ ਦਾ ਨਿਚੋੜ ਇਹ ਹੈ, ਕੇਵਲ ਹਰਨਾਮ ਰੱਬੀ ਹੁਕਮ। ਗੋਬਿੰਦ ਭਗਤ ਕਹਿ ਮਨ ਵਿਸਰਾਮ। ਜਿਹੜਾ ਪ੍ਰਭੂ ਦੇ ਭਗਤ ਨੇ ਨਾ, ਉਹਨਾਂ ਦੇ ਮਨ ਦੇ ਅੰਦਰ ਇਹ ਨਿਵਾਸ ਰੱਖਦਾ ਹੈ। ਉਹਨਾਂ ਦੇ ਮਨ ਵਿੱਚ ਨਿਵਾਸ ਹੈ ਕਾਹਦਾ? ਹੁਕਮ ਦਾ।
ਜਿਵੇਂ ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਕੇਂਦਰੀ ਭਾਵ ਪੜਿਆ ਨਾ, ਦੇਖੋ ਤਾਲਮੇਲ ਇਹਨਾਂ ਦਾ ਬੈਠਦਾ ਕਿੰਨਾ ਵਧੀਆ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਕਿ ਜੋ ਸੁਖਾਂ ਦੀ ਮਣੀ ਹੈ, ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ, ਸੁਖਾਂ ਦਾ ਮੂਲ ਹੈ, ਤੇ ਉਹ ਭਗਤਾਂ ਦੇ ਮਨ ਵਿੱਚ ਵਿਸ਼ਰਾਮ ਕਰਦਾ ਹੈ। ਭਾਵ ਕਿ ਰੱਬ ਦੇ ਭਗਤ ਉਹ ਨੇ ਜੋ ਰੱਬੀ ਰਜਾ ਦੇ ਅੰਦਰ ਤੁਰਦੇ ਹਨ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਸਗਲ ਮਤਾਂਤ ਕੇਵਲ ਹਰ ਨਾਮ, ਭਗਤ ਗੋਬਿੰਦ ਭਗਤ ਕੈ ਮਨ ਵਿਸਰਾਮ। ਗੋਬਿੰਦ ਦਾ ਜੋ ਭਗਤ ਹੈ ਉਹਦੇ ਮਨ ਦੇ ਅੰਦਰ ਰੱਬੀ ਹੁਕਮ ਦਾ ਵਿਸ਼ਰਾਮ ਹੈ, ਰੱਬੀ ਹੁਕਮ ਉਹਦੇ ਅੰਦਰ ਟਿਕਿਆ ਹੋਇਆ ਹੈ, ਰੱਬੀ ਗੁਣ ਉਹਦੇ ਹਿਰਦੇ ਦੇ ਅੰਦਰ ਟਿਕੇ ਹੋਏ ਨੇ, ਉਹਦੀ ਸੋਚ ਰੱਬੀ ਹੁਕਮ ਦੇ ਨਾਲ ਜੁੜੀ ਹੋਈ ਹੈ, ਉਹੀ ਗੋਬਿੰਦ ਦਾ ਭਗਤ ਹੈ। ਦੇਖੋ ਕਿੰਨਾ ਸਪਸ਼ਟ ਹੋ ਰਿਹਾ ਹੈ ਕਿ ਗੋਬਿੰਦ ਦੀ ਭਗਤੀ ਕੀ ਹੈ? ਰੱਬ ਦੀ ਰਜ਼ਾ ਵਿੱਚ ਤੁਰਨਾ, ਰੱਬੀ ਗੁਣਾਂ ਨੂੰ ਗਾਣਾ, ਰੱਬੀ ਗੁਣਾਂ ਦੇ ਧਾਰਨੀ ਹੋਣਾ, ਇਹਨਾਂ ਚੀਜ਼ਾਂ ਨੂੰ ਆਪਣੇ ਮਨ ਦੇ ਅੰਦਰ ਵਸਾ ਲੈਣਾ ਹੀ ਰੱਬ ਦੀ ਭਗਤੀ ਹੈ। ਕਿੰਨਾ ਆਸਾਨ, ਕਿੰਨਾ ਸੌਖਾ ਕੰਮ ਹੈ, ਕਿੰਨੀ ਜ਼ਿੰਦਗੀ ਸੌਖੀ ਹੋ ਸਕਦੀ ਹੈ, ਸਾਡੇ ਘਰ ਪਰਿਵਾਰ ਸਵਰਗ ਹੋ ਸਕਦੇ ਨੇ। ਲੇਕਿਨ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਅਸੀਂ ਆਪਣੇ ਘਰਾਂ ਨੂੰ ਨਰਕ ਬਣਾ ਬੈਠੇ ਹਾਂ। ਆਮ ਬੰਦਾ ਬਣਾ ਬੈਠਾ ਨਾ। ਗੁਣਾਂ ਦੇ ਧਾਰਨੀ ਹੋ ਸਕਦੇ ਸੀ, ਅਸੀਂ ਸੱਚ ਬੋਲ ਸਕਦੇ ਸੀ, ਅਸੀਂ ਪ੍ਰੇਮ ਦੇ ਨਾਲ ਰਹਿ ਸਕਦੇ ਸੀ, ਅਸੀਂ ਇੱਕ ਦੂਜੇ ਦੀ ਹੈਲਪ ਕਰ ਸਕਦੇ ਸੀ, ਪਰ ਨਹੀਂ ਕੀਤਾ। ਜਾਣ ਕੇ ਨਹੀਂ ਕੀਤਾ ਜਾਂ ਅਣਜਾਣਪੁਣੇ ਵਿੱਚ ਨਹੀਂ ਕੀਤਾ, ਗੜਬੜ ਤੇ ਕਰ ਬੈਠੇ ਹਨ। ਕੋਟ ਅਪਰਾਧ ਸਾਧ ਸੰਗ ਮਿਟੈ। ਸਾਧ ਸੰਗ ਦਾ ਮਤਲਬ ਗੁਰੂ ਦੀ ਸ਼ਰਨ, ਸਾਧ ਦਾ ਮਤਲਬ ਹੈ ਗੁਰੂ। ਕਰੋੜਾਂ ਅਪਰਾਧ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਮਿਟ ਜਾਂਦੇ ਨੇ। ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਨਾ, ਉਹਦੇ ਕਰੋੜਾਂ ਅਪਰਾਧ ਮਿਟ ਜਾਂਦੇ ਨੇ। ਮਿਟ ਜਾਂਦੇ ਨੇ ਮਤਲਬ ਉਹਦੇ ਅੰਦਰੋਂ ਅਪਰਾਧੀ ਬਿਰਤੀ ਖਤਮ ਹੋ ਜਾਂਦੀ ਹੈ। ਜਿਵੇਂ ਸੱਜਣ ਦੀ ਹੋ ਗਈ, ਜਿਵੇਂ ਕੌਡੇ ਦੀ ਹੋ ਗਈ, ਭੂਮੀਏ ਦੀ ਹੋ ਗਈ। ਅੱਜ ਵੀ ਬਹੁਤ ਸਾਰੇ ਲੋਕ ਮਿਲ ਜਾਂਦੇ ਨੇ ਐਸੇ ਜਿਨ੍ਹਾਂ ਦੀ ਅਪਰਾਧੀ ਬਿਰਤੀ ਸੀ, ਪਰ ਉਹ ਗੁਰਦੁਆਰਾ ਸਾਹਿਬ ਚਲੇ ਗਏ, ਉਹਨਾਂ ਦੇ ਕੰਨੀ ਬਾਣੀ ਪੈ ਗਈ, ਗੱਲ ਮਨ ਨੂੰ ਲੱਗ ਗਈ ਤੇ ਉਹਨਾਂ ਨੇ ਆਪਣੇ ਵਿਕਾਰ ਅਪਰਾਧ ਛੱਡ ਦਿੱਤੇ। ਬਹੁਤ ਸਾਰੇ ਲੋਕ ਅੱਜ ਵੀ ਮਿਲਦੇ ਨੇ, ਆਉਣ ਵਾਲੇ ਸਮੇਂ ਵਿੱਚ ਵੀ ਮਿਲਣਗੇ। ਯਾਨੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾ ਕੇ ਕਰੋੜਾਂ ਅਪਰਾਧ ਮਿਟ ਸਕਦੇ ਨੇ, ਇਹ ਸੰਭਾਵਨਾ ਹੈ। ਤਾਂ ਇਹਦਾ ਭਾਵ ਇਹ ਹੈ, ਸਾਨੂੰ ਇਥੋਂ ਜ਼ਿੰਦਗੀ ਜੀਣ ਲਈ ਇਹ ਚੀਜ਼ ਮਿਲ ਰਹੀ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਇਸ ਸੰਸਾਰ ਦੇ ਵਿੱਚੋਂ ਅਪਰਾਧ ਮਿਟ ਜਾਣ, ਪਾਪ ਖਤਮ ਹੋ ਜਾਣ, ਸਾਡਾ ਇੱਕ ਨਰੋਇਆ ਸਮਾਜ ਬਣ ਜਾਏ, ਇਹ ਸੰਸਾਰ ਸਵਰਗ ਹੋ ਜਾਏ, ਤਾਂ ਉਹਦੇ ਵਾਸਤੇ ਸਾਨੂੰ ਗੁਰੂ ਦੇ ਚਰਨਾਂ ਦੀ ਸ਼ਰਨ ਲੈਣ ਦੀ ਲੋੜ ਹੈ, ਗੁਰਬਾਣੀ ਨੂੰ ਪੜ੍ਹ ਕੇ ਅਪਣਾਉਣ ਦੀ ਲੋੜ ਹੈ। ਪਹਿਲਾਂ ਅਸੀਂ ਆਪ ਇਹ ਪ੍ਰੈਕਟੀਕਲ ਕਰਨਾ ਹੈ, ਫਿਰ ਅਸੀਂ ਰੋਲ ਮਾਡਲ ਬਣ ਕੇ ਜੀਣਾ ਹੈ। ਜਦੋਂ ਸਾਡੇ ਮਿਟ ਜਾਣਗੇ ਨਾ ਅਪਰਾਧ, ਸਾਡੀ ਬੋਲਬਾਣੀ ਚੰਗੀ ਹੋਏਗੀ, ਸਾਡਾ ਬਿਹੇਵੀਅਰ ਬਹੁਤ ਪਿਆਰਾ ਹੋਏਗਾ, ਤੇ ਲੋਕ ਫਿਰ ਚਾਹਣਗੇ ਕਿ ਯਾਰ ਮੇਰਾ ਵੀ ਵਿਹਾਰ ਇਹੋ ਜਿਹਾ ਹੋਵੇ। ਲੋਕ ਆਣ ਕੇ ਸਾਡੇ ਤੋਂ ਪੁੱਛਣ ਕਿ ਭਾਈ ਸਾਹਿਬ ਤੁਹਾਡਾ ਸੁਭਾਅ ਇੰਨਾ ਵਧੀਆ ਕਿਵੇਂ ਹੈ, ਕਿਵੇਂ ਤੁਸੀਂ ਸਾਰਿਆਂ ਦੀ ਹੈਲਪ ਕਰ ਲੈਂਦੇ ਹੋ। ਮੇਰੀ ਭੈਣ, ਤੁਹਾਡਾ ਸੁਭਾਅ ਇੰਨਾ ਚੰਗਾ ਕਿਵੇਂ ਕਿ ਸਾਰਿਆਂ ਦੀ ਹੈਲਪ ਤੁਸੀਂ ਕਰ ਲੈਂਦੇ ਹੋ, ਕਿਵੇਂ ਤੁਸੀਂ ਆਪਣੇ ਫਰਜ਼ਾਂ ਨੂੰ ਪੂਰੀਆਂ ਕਰ ਰਹੇ ਹੋ। ਤੇ ਜੇ ਸਾਨੂੰ ਵੇਖ ਕੇ ਪਹਿਲਾਂ ਹੀ ਕੋਈ ਕਵੇ ਵੀ ਉਹ ਬੰਦਾ ਆ ਰਿਹਾ, ਉਹਨੇ ਆਣ ਕੇ ਕਲੇਸ਼ ਪਾਣਾ, ਤੇ ਗੜਬੜ ਹੋ ਗਈ ਨਾ। ਤਾਂ ਸਾਨੂੰ ਚਾਹੀਦਾ ਕਿ ਅਸੀਂ ਗੁਰੂ ਦੇ ਚਰਨਾਂ ਦੀ ਸ਼ਰਨ ਲਵੀਏ, ਗੁਰੂ ਦੀ ਬਾਣੀ ਪੜ੍ਹੀਏ, ਆਪਣੀ ਜ਼ਿੰਦਗੀ ਦੇ ਵਿੱਚੋਂ ਇਹਨਾਂ ਵਿਕਾਰਾਂ ਨੂੰ ਖਤਮ ਕਰੀਏ ਔਰ ਸੰਸਾਰ ਤੱਕ ਇਹ ਚੀਜ਼ ਪਹੁੰਚਾਈਏ। ਸੰਤ ਕਿਰਪਾ ਤੇ ਜਮ ਤੇ ਛੁਟੈ। ਦੇਖੋ ਪਹਿਲੇ ਸ਼ਬਦ ਵਿੱਚ ਕਹਿ ਰਹੇ ਨੇ ਕੋਟ ਅਪਰਾਧ ਸਾਧ ਸੰਗ ਮਿਟੇ, ਸਾਧ ਸ਼ਬਦ ਵਰਤ ਰਹੇ ਨੇ, ਹੁਣ ਸ਼ਬਦ ਸੰਤ ਵਰਤ ਰਹੇ ਨੇ। ਇਹਨਾਂ ਦੋਵਾਂ ਦਾ ਮਤਲਬ ਗੁਰੂ ਹੈ। ਸੰਤ ਸਾਧ ਦਾ ਮਤਲਬ ਗੁਰੂ ਹੈ। ਸੰਤ ਕਿਰਪਾ ਤੇ ਜਮ ਤੇ ਛੁਟੈ, ਗੁਰੂ ਦੀ ਕਿਰਪਾ ਨਾਲ ਮਨੁੱਖ ਜਮਾਂ ਤੋਂ ਬਚ ਜਾਂਦਾ ਹੈ। ਹੁਣ ਜਮ ਕਿਹੜੇ ਨੇ? ਦੇਖੋ ਜਮਾਂ ਦਾ ਮਤਲਬ ਉਹ ਨਹੀਂ ਕਿ ਜਿਹੜਾ ਮਰਨ ਦੇ ਟਾਈਮ ਡਾਂਗਾ ਸੋਟੇ ਲੈ ਕੇ ਆਉਂਦੇ ਨੇ ਤੇ ਸਿਰ ਪਾੜਦੇ ਨੇ ਆਣ ਕੇ, ਉਹ ਨਹੀਂ। ਜਮਾਂ ਦਾ ਮਤਲਬ ਵਿਕਾਰ, ਕਾਮ, ਕ੍ਰੋਧ, ਲੋਭ, ਹੰਕਾਰ, ਜਿਹੜੇ ਸਾਡੀ ਆਤਮਿਕ ਮੌਤ ਦਾ ਕਾਰਨ ਬਣ ਜਾਂਦੇ ਨੇ।
ਜੋ ਮਨੁੱਖ ਦੀ ਜ਼ਮੀਰ ਨੂੰ ਖਤਮ ਕਰ ਦਿੰਦੇ ਨੇ, ਜਿਹਦੇ ਕਰਕੇ ਮਨੁੱਖ ਦੀ ਇਨਸਾਨੀਅਤ ਅੰਦਰੋਂ ਮਿਟ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਉਹਨਾਂ ਜਮਾਂ ਤੋਂ, ਆਤਮਿਕ ਮੌਤ ਤੋਂ ਬੰਦਾ ਬਚ ਜਾਂਦਾ ਹੈ ਗੁਰੂ ਦੀ ਕਿਰਪਾ ਦੇ ਨਾਲ। ਇਸ ਲਈ ਸਾਨੂੰ ਗੁਰੂ ਦੇ ਚਰਨਾਂ ਦੀ ਸ਼ਰਨ ਲੈਣੀ ਚਾਹੀਦੀ ਹੈ। ਹੁਣ ਇੱਥੇ ਅਸੀਂ ਥੋੜਾ ਗੜਬੜ ਕਰ ਜਾਂਦੇ ਆ, ਸਾਡੀ ਸਮਝ ਕਰਕੇ, ਬੇਸਮਝੀ ਕਰਕੇ, ਜਾਂ ਸਾਡੇ ਕੁਛ ਪ੍ਰਚਾਰ ਇਸ ਢੰਗ ਦੇ ਨਾਲ ਹੋਇਆ ਕਿ ਕਰੋੜਾਂ ਅਪਰਾਧ ਸਾਧੂਆਂ ਦੇ ਨਾਲ ਮਿਟ ਜਾਂਦੇ ਨੇ। ਇਹੋ ਜਿਹੀਆਂ ਧਾਰਨਾਵਾਂ ਵੀ ਬਾਬੇ ਪੜ੍ਹਦੇ ਨੇ। ਜੇ ਮਿਟਦੇ ਹੋਣ ਅਪਰਾਧ ਸਿਰਫ ਇਹਨਾਂ ਸਾਧੂਆਂ ਦੀ ਗੱਲ, ਜਿਹੜੇ ਚੋਲਿਆਂ ਵਾਲੇ ਬਾਬੇ ਨੇ, ਤਾਂ ਉਹ ਤਾਂ ਆਪ ਅਪਰਾਧੀ ਕੇਸਾਂ ਦੇ ਵਿੱਚ ਫਸੇ ਪਏ ਨੇ। ਕਿੰਨੇ ਲੋਕ ਗੁਫਾ ਦੇ ਵਿੱਚ ਗਏ ਨਾ ਆਪਣੇ ਅਪਰਾਧ ਬਖਸ਼ਾਉਣ ਲਈ, ਤੇ ਗੁਫਾ ਵਾਲਾ ਤੇ ਆਪ ਮਤਲਬ ਕਿੱਥੇ ਬੈਠਾ? ਕਹਿਣ ਤੋਂ ਭਾਵ ਉਹ ਤੇ ਆਪ ਅਪਰਾਧੀ ਨੇ। ਜੇ ਅਪਰਾਧ ਮਿਟਦੇ ਹੁੰਦੇ ਕੇਵਲ ਚੋਲਿਆਂ ਦੇ ਨਾਲ, ਬਾਣਿਆਂ ਦੇ ਨਾਲ, ਤਾਂ ਮੈਂ ਰੋਜ਼ ਬੇਨਤੀ ਕਰ ਰਿਹਾ, 72,65,000 ਬਾਬੇ ਨੇ ਇੰਡੀਆ ਵਿੱਚ। ਫਿਰ ਤਾਂ ਇੰਡੀਆ ਤਾਂ ਬਿਲਕੁਲ ਇਮਾਨਦਾਰ ਦੇਸ਼ ਹੋਣਾ ਚਾਹੀਦਾ ਸੀ। ਤਾਂ ਇੱਥੇ ਸਾਧ ਔਰ ਸੰਤ ਦਾ ਮਤਲਬ ਗੁਰੂ ਕੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਕਰੋੜਾਂ ਅਪਰਾਧ ਮਿਟ ਜਾਂਦੇ ਨੇ, ਮਿਟ ਸਕਦੇ ਨੇ। ਜਾ ਕੇ ਮਸਤਕ ਕਰਮ ਪ੍ਰਭ ਪਾਏ, ਜਿਨ੍ਹਾਂ ਦੇ ਮੱਥੇ ਤੇ ਪ੍ਰਭੂ ਨੇ ਬਖਸ਼ਿਸ਼ ਤੇ ਲੇਖ ਲਿਖੇ ਨੇ, ਭਾਵ ਜੋ ਰੱਬ ਦੀ ਰਹਿਮਤ ਦੇ ਪਾਤਰ ਬਣੇ ਨੇ। ਹੁਣ ਦੇਖੋ, ਮਸਤਕ ਔਰ ਕਰਮ, ਕਿਰਪਾ ਦੇ ਲੇਖ ਤਾਂ ਹਰ ਮਸਤਕ ਵਿੱਚ ਹੀ ਰੱਬ ਨੇ ਪਾਏ ਹੋਏ ਨੇ। ਕੋਈ ਐਸਾ ਬੰਦਾ ਨਹੀਂ ਹੈ ਜਿਹਦੇ ਤੇ ਰੱਬ ਨੇ ਕਿਰਪਾ ਨਾ ਕੀਤੀ ਹੋਵੇ, ਕਿਉਂਕਿ ਇਹ ਚੀਜ਼ ਬੜੀ ਸਮਝਣ ਵਾਲੀ ਹੈ ਕਿ ਰੱਬ ਹੈ ਹੀ ਕਿਰਪਾਲੂ। ਕਿਰਪਾਲ, ਦਿਆਲ, ਇਹ ਸਾਰੇ ਸ਼ਬਦ ਰੱਬ ਵਾਸਤੇ ਵਰਤੇ ਜਾਂਦੇ ਨੇ ਨਾ। ਤੇ ਕਿਰਪਾਲ ਦਾ ਮਤਲਬ ਕਿਰਪਾ ਦਾ ਘਰ, ਜਿਹੜਾ ਹੈ ਹੀ ਕਿਰਪਾ ਦਾ ਸਾਗਰ, ਤਾਂ ਉਹ ਤਾਂ ਕਿਸੇ ਉੱਤੇ ਉਦਇਆ ਕਰੇਗਾ ਹੀ ਨਹੀਂ ਨਾ। ਰੱਬ ਨੇ ਸਾਰਿਆਂ ਦੇ ਮਸਤਕ 'ਚ ਕਿਰਪਾ ਪਾਈ ਹੈ। ਸਾਨੂੰ ਦਿਮਾਗ ਦਿੱਤਾ ਹੈ ਨਾ, ਤੇ ਸਾਡੇ ਦਿਮਾਗ ਦੇ ਅੰਦਰ ਕਿੰਨੀ ਵੱਡੀ ਮੈਮਰੀ ਹੈ। ਇਸ ਦਿਮਾਗ ਨੂੰ ਯੂਜ਼ ਕਰਕੇ ਅਸੀਂ ਕਿੰਨੇ ਗੁਣ ਪੈਦਾ ਕਰ ਸਕਦੇ ਹਾਂ। ਜਿਵੇਂ ਮੈਂ ਰੋਜ਼ ਬੇਨਤੀ ਕਰ ਰਿਹਾ, ਦਿਮਾਗ ਨੂੰ ਯੂਜ਼ ਕਰਕੇ ਹੀ ਦਵਾਈ ਬਣਾਈ, ਤੇ ਦਿਮਾਗ ਨੂੰ ਯੂਜ਼ ਕਰਕੇ ਹੀ ਅੰਗੂਰਾਂ ਦਾ ਸ਼ਰਾਬ ਬਣਾ ਦਿੱਤਾ। ਹੁਣ ਕਿਰਪਾ ਤੇ ਹੋਈ ਹੈ ਨਾ, ਇਸ ਦਿਮਾਗ ਨੂੰ ਯੂਜ਼ ਕਰਨਾ ਹੈ। ਸ਼ੁਭ ਗੁਣ ਜਿਨ੍ਹਾਂ ਦੇ ਅੰਦਰ ਪਾਏ ਨੇ। ਸਾਧ ਸਰਣ ਨਾਨਕ ਤੇ ਆਏ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਉਹ ਆਏ ਨੇ ਜੋ ਰੱਬ ਦੀ ਰਹਿਮਤ ਦੇ ਪਾਤਰ ਬਣੇ ਨੇ। ਇਹਦਾ ਮਤਲਬ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦੇ ਨੇ, ਉਹ ਰੱਬ ਦੀ ਰਹਿਮਤ ਦੇ ਪਾਤਰ ਬਣ ਜਾਂਦੇ ਨੇ, ਉਹ ਉੱਚੇ ਭਾਗਾਂ ਵਾਲੇ ਹੋ ਜਾਂਦੇ ਨੇ। ਤਾਂ ਜੇ ਅਸੀਂ ਵੀ ਚਾਹੁੰਦੇ ਆ ਉੱਚੇ ਵੱਡੇ ਭਾਗਾਂ ਵਾਲੇ ਹੋਣਾ, ਅਸੀਂ ਵੀ ਖੁਸ਼ਹਾਲ ਹੋਣਾ ਚਾਹੁੰਦੇ ਆ, ਤਾਂ ਫਿਰ ਸਾਨੂੰ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਲੈਣੀ ਚਾਹੀਦੀ ਹੈ। ਜਿਸ ਮਨ ਬਸੈ ਸੁਣੈ ਲਾਏ ਪ੍ਰੀਤ, ਜਿਹਦੇ ਮਨ ਦੇ ਅੰਦਰ ਪ੍ਰਭੂ ਦਾ ਹੁਕਮ ਵਸ ਜਾਂਦਾ ਹੈ, ਰੱਬ ਦੇ ਗੁਣ ਵਸ ਜਾਂਦੇ ਨੇ, ਔਰ ਜੋ ਪ੍ਰੀਤ ਦੇ ਨਾਲ ਸੁਣਦਾ ਹੈ। ਦੇਖੋ, ਜਦੋਂ ਅਸੀਂ ਪਿਆਰ ਨਾਲ ਸੁਣਾਂਗੇ, ਪਿਆਰ ਨਾਲ ਬੋਲਾਂਗੇ, ਤਾਂ ਸਾਡੇ ਹਿਰਦੇ ਦੇ ਅੰਦਰ ਨਿਵਾਸ ਹੋਏਗਾ। ਜਿਹਦੇ ਮਨ ਦੇ ਅੰਦਰ ਰੱਬੀ ਗੁਣ ਵਸ ਜਾਂਦੇ ਨੇ, ਔਰ ਜੋ ਬੜੇ ਪਿਆਰ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਸੁਣਦਾ ਹੈ, ਤਿਸ ਜਨ ਆਵੇ ਹਰ ਪ੍ਰਭ ਚੀਤ, ਫਿਰ ਉਸ ਮਨੁੱਖ ਨੂੰ ਹਮੇਸ਼ਾ ਰੱਬ ਚੇਤੇ ਰਹਿੰਦਾ ਹੈ। ਉਸ ਮਨੁੱਖ ਨੂੰ ਹਮੇਸ਼ਾ ਰੱਬ ਚੇਤੇ ਰਹਿੰਦਾ ਹੈ। ਉਹ ਫਿਰ ਇੱਕ ਪਲ ਵਾਸਤੇ ਵੀ ਭੁੱਲਦਾ ਨਹੀਂ ਹੈ, ਕਿਉਂਕਿ ਜਿਹੜੀ ਚੀਜ਼ ਅੰਦਰ ਹੈ ਪ੍ਰਗਟ ਤਾਂ ਉਹੀ ਹੋਏਗੀ। ਜਦੋਂ ਅੰਦਰ ਰੱਬ ਦੇ ਗੁਣ, ਰੱਬੀ ਹੁਕਮ ਵਸ ਰਿਹਾ ਹੈ, ਤਾਂ ਹਮੇਸ਼ਾ ਚੇਤੇ ਦੇ ਅੰਦਰ ਵੀ ਰੱਬ ਹੀ ਰਹੇਗਾ। ਉਹਦੇ ਚੇਤੇ ਦੇ ਅੰਦਰ ਵੀ ਕਦੇ ਅਵਗੁਣ ਨਹੀਂ ਹੋਣਗੇ। ਜਨਮ ਮਰਨ ਤਾਕਾ ਦੁੱਖ ਨਿਵਾਰੇ। ਜਨਮ ਮਰਨ ਦਾ ਮਤਲਬ ਜਨਮ ਤੋਂ ਲੈ ਕੇ ਮਰਨ ਤੱਕ ਦਾ। ਜਨਮ ਮਰਨ ਦਾ ਮਤਲਬ ਸਾਰੀ ਜ਼ਿੰਦਗੀ ਦਾ, ਸਾਰੇ ਜੀਵਨ ਦਾ ਉਹਦਾ ਦੁੱਖ ਦੂਰ ਹੋ ਜਾਂਦਾ ਹੈ। ਦੁਲਭ ਦੇਹ ਤਤਕਾਲ ਉਧਾਰੈ। ਦੁਲਭ ਦਾ ਮਤਲਬ ਬੜੀ ਕੀਮਤੀ। ਜੋ ਇਹ ਕੀਮਤੀ ਮਨੁੱਖਾ ਜਨਮ ਹੈ, ਇਸ ਮਨੁੱਖਾ ਜਨਮ ਨੂੰ ਉਹ ਬੰਦਾ ਬਚਾ ਲੈਂਦਾ ਹੈ ਵਿਕਾਰਾਂ ਤੋਂ। ਉਧਾਰੇ ਦਾ ਮਤਲਬ ਬਚਾ ਲੈਂਦਾ ਹੈ। ਹੁਣ ਇਸ ਦੇਹੀ ਨੂੰ ਬਚਾਉਣ ਦਾ ਮਤਲਬ ਕੀ ਹੈ ਵਿਕਾਰਾਂ ਤੋਂ? ਦੇਖੋ, ਮੈਂ ਅੱਖਾਂ ਦੇ ਨਾਲ ਦੇਖਦਾ, ਜੇ ਮੈਂ ਵਿਕਾਰੀ ਦ੍ਰਿਸ਼ਟੀ ਨਾਲ ਦੇਖਦਾ ਤਾਂ ਮੇਰੀ ਇਹ ਦੇਹੀ ਗਰਕ ਹੋ ਗਈ ਨਾ। ਵਿਕਾਰਾਂ ਵਿੱਚ ਅੱਖਾਂ ਪੈ ਗਈਆਂ, ਹੱਥਾਂ ਨਾਲ ਮੈਂ ਵਿਕਾਰ ਕਮਾਏ ਤਾਂ ਹੱਥ ਵਿਕਾਰਾਂ ਵਿੱਚ ਪੈ ਗਏ। ਦੁਲਭ ਦੇਹ ਨੂੰ ਉਦਾਹਰਨ ਦਾ ਮਤਲਬ ਕਿ ਆਪਣੇ ਕਰਮ ਇੰਦਰੀ ਔਰ ਗਿਆਨ ਇੰਦਰੀਆਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। ਨਿਰਮਲ ਸ਼ੋਭਾ ਅੰਮ੍ਰਿਤਾ ਕੀ ਬਾਣੀ।
ਜਿਹਦੇ ਹਿਰਦੇ ਵਿੱਚ ਪ੍ਰਭੂ ਦਾ ਹੁਕਮ ਵਸ ਜਾਂਦਾ ਹੈ, ਜੋ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਂਦੇ ਨੇ, ਉਹਨਾਂ ਦੀ ਸ਼ੋਭਾ ਨਿਰਮਲ ਹੁੰਦੀ ਹੈ, ਮੈਲ ਤੋਂ ਰਹਿਤ। ਉਹਨਾਂ ਦੀ ਸ਼ੋਭਾ ਇਸ ਦੁਨੀਆ ਵਿੱਚ ਖਿਲਰਦੀ ਹੈ। ਅੰਮ੍ਰਿਤ ਤਾਕੀ ਬਾਣੀ, ਉਸ ਮਨੁੱਖ ਦੀ ਜੋ ਬੋਲ ਬਾਣੀ ਹੈ, ਉਹ ਆਤਮਿਕ ਜੀਵਨ ਦੇਣ ਵਾਲੀ ਹੁੰਦੀ ਹੈ, ਸਕਾਰਾਤਮਕ ਸੋਚ ਹੁੰਦੀ ਹੈ, ਉਹਦੇ ਬੋਲਾਂ ਵਿੱਚ ਪੋਜ਼ਿਟਿਵਿਟੀ ਹੁੰਦੀ ਹੈ, ਉਹਦੇ ਬੋਲਾਂ ਵਿੱਚ ਵਿਲ ਪਾਵਰ ਹੁੰਦੀ ਹੈ ਦੂਜੇ ਨੂੰ ਦੇਣ ਲਈ, ਉਹਦੇ ਬੋਲਾਂ ਦੇ ਅੰਦਰ ਗੁਣ ਹੁੰਦੇ ਨੇ ਦੂਜੇ ਨੂੰ ਦੇਣ ਲਈ, ਪਿਆਰ ਹੁੰਦਾ ਹੈ ਦੂਜੇ ਨੂੰ ਦੇਣ ਲਈ, ਉਹਦੇ ਬੋਲਾਂ ਦੇ ਵਿੱਚ ਅੰਮ੍ਰਿਤ ਹੈ, ਆਤਮਿਕ ਜੀਵਨ ਦੇਣ ਵਾਲੇ ਬੋਲ ਉਹਦੇ ਹੁੰਦੇ ਨੇ। ਏਕ ਨਾਮ ਮਨ ਮਹਿ ਸਮਾਨੀ, ਕਿਉਂਕਿ ਉਹਦੇ ਮਨ ਦੇ ਅੰਦਰ ਇੱਕ ਹੁਕਮ ਵਸਦਾ ਹੈ। ਨਾਮ ਦਾ ਮਤਲਬ ਹੁਕਮ, ਸਮਾਨੀ ਦਾ ਮਤਲਬ ਸਮਾਇਆ ਹੋਇਆ ਹੈ, ਕਿਉਂਕਿ ਉਸ ਮਨੁੱਖ ਦੇ ਮਨ ਦੇ ਅੰਦਰ ਕੇਵਲ ਇੱਕ ਰੱਬ ਦਾ ਹੁਕਮ ਸਮਾਇਆ ਹੋਇਆ ਹੈ। ਉਹਨੂੰ ਇਹ ਸਮਝ ਆ ਗਈ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਉਹ ਰੱਬੀ ਹੁਕਮ ਦੇ ਅੰਦਰ ਰੱਬੀ ਗੁਣਾਂ ਦਾ ਧਾਰਨੀ ਹੈ। ਉਹਦੇ ਮਨ ਵਿੱਚ ਸਿਰਫ ਰੱਬ ਦਾ ਹੁਕਮ ਔਰ ਰੱਬ ਦੇ ਗੁਣ ਹੀ ਸਮਾਏ ਹੋਏ ਨੇ। ਦੁੱਖ ਰੋਗ ਬਿਨਸੇ ਭੈ ਭਰਮ, ਉਹਦੇ ਦੁੱਖ, ਉਹਦੇ ਰੋਗ ਔਰ ਉਹਦੇ ਭਰਮ ਖਤਮ ਹੋ ਜਾਂਦੇ। ਭਰਮ ਅਗਿਆਨਤਾ ਕਰਕੇ ਪੈਦਾ ਹੁੰਦਾ ਹੈ। ਜਿਵੇਂ ਰਾਤ ਨੂੰ ਰੱਸੀ ਪਈ ਹੋਵੇ ਤੇ ਸਾਨੂੰ ਉਹ ਸੱਪ ਪ੍ਰਤੀਤ ਹੁੰਦੀ ਹੈ ਕਿ ਸ਼ਾਇਦ ਇਹ ਸੱਪ ਹੈ, ਔਰ ਬੰਦਾ ਸੱਪ ਸਮਝ ਕੇ ਡਰ ਵੀ ਜਾਂਦਾ ਹੈ। ਪਰ ਜਦੋਂ ਲਾਈਟ ਜਗਾ ਕੇ ਦੇਖਦਾ ਹੈ ਤਾਂ ਉਹਦਾ ਭੁਲੇਖਾ ਦੂਰ ਹੋ ਜਾਂਦਾ ਹੈ। ਫਿਰ ਉਹ ਆਪਣੇ ਆਪ ਤੇ ਹੀ ਹੱਸਦਾ ਹੈ। ਜਿਹੜਾ ਉਹਨੂੰ ਦੁੱਖ ਹੋ ਰਿਹਾ ਸੀ, ਉਹ ਦੁੱਖ ਵੀ ਖਤਮ ਹੋ ਜਾਂਦਾ ਹੈ, ਡਰ ਵੀ ਖਤਮ ਹੋ ਜਾਂਦਾ ਹੈ। ਹੁਣ ਇਸੇ ਤਰ੍ਹਾਂ ਜਿਹਦੇ ਮਨ ਦੇ ਅੰਦਰ ਪ੍ਰਭੂ ਦਾ ਹੁਕਮ ਵਸ ਗਿਆ, ਰੱਬੀ ਗੁਣ ਵਸ ਗਏ, ਜੋ ਗੁਰੂ ਗਿਆਨ ਮੁਤਾਬਕ ਜਿਸਨੇ ਜ਼ਿੰਦਗੀ ਜੀਵੀ, ਉਹਦੇ ਦੁੱਖ ਵੀ ਖਤਮ ਹੋ ਜਾਂਦੇ ਨੇ, ਰੋਗ ਵੀ ਔਰ ਭਰਮ ਵੀ। ਉਹਨੂੰ ਫਿਰ ਇਹਦਾ ਸਭ ਤੋਂ ਪਹਿਲਾ ਭਰਮ ਤੇ ਇਹ ਖਤਮ ਹੋ ਜਾਂਦਾ ਹੈ ਕਿ ਮੈਂ ਰੱਬ ਨਾਲੋਂ ਵੱਖਰਾ ਹਾਂ, ਆ ਸੰਸਾਰ ਰੱਬ ਨਾਲੋਂ ਵੱਖਰਾ ਹੈ ਤੇ ਰੱਬ ਵੱਖਰਾ ਹੈ। ਉਹਦਾ ਭਰਮ ਮਿਟ ਜਾਂਦਾ ਹੈ। ਉਹਨੂੰ ਚਾਰ ਚਫੇਰੇ ਇੱਕ ਰੱਬ ਦਿਸਦਾ ਹੈ। ਹਮਰਾ ਭਰਮ ਗਿਆ ਪੋ ਭਾਗਾ, ਜਬ ਰਾਮ ਨਾਮ ਚਿਤ ਲਾਗਾ, ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸ਼ੇ ਆਈ। ਉਹਨੂੰ ਇਹ ਸਮਝ ਪੈ ਜਾਂਦੀ ਹੈ, ਦੋਏ ਦੋਏ ਲੋਚਨ ਪੇਖਾਂ ਹੂੰ, ਹਰ ਬਿਨ ਔਰ ਨਾ ਦੇਖਾਂ। ਉਹਨੂੰ ਸਮਝ ਪੈ ਜਾਂਦੀ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਨੂੰ ਸਮਝ ਪੈ ਜਾਂਦੀ ਹੈ ਸਭ ਹੈ ਘਟ ਰਾਮ ਬੋਲੇ। ਉਹਨੂੰ ਸਮਝ ਪੈ ਜਾਂਦੀ ਹੈ ਵਿਸ਼ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਉਹਦੇ ਅੰਦਰੋਂ ਭਰਮ ਮਿਟ ਜਾਂਦਾ ਹੈ ਤੇ ਉਸ ਭਰਮ ਕਰਕੇ, ਵਿਕਾਰਾਂ ਕਰਕੇ, ਅਪਰਾਧਾਂ ਕਰਕੇ, ਜਿਹੜੇ ਦੁੱਖ ਸਨ, ਰੋਗਾਂ ਕਰਕੇ, ਉਹ ਦੁੱਖ ਵੀ ਖਤਮ ਹੋ ਜਾਂਦੇ ਨੇ। ਕਾਮ ਕ੍ਰੋਧ ਆਦਿਕ ਰੋਗ ਉਹਦੇ ਅੰਦਰੋਂ ਮੁੱਕ ਜਾਂਦੇ ਨੇ। ਸਾਧ ਨਾਮ ਨਿਰਮਲਤਾ ਕੇ ਕਰਮ। ਇੱਥੇ ਸਾਧ ਦਾ ਅਰਥ ਹੈ ਭਲਾ ਪੁਰਸ਼। ਉਹਦਾ ਨਾਮ ਭਲਾ ਪੁਰਸ਼ ਪੈ ਜਾਂਦਾ ਹੈ। ਲੋਕ ਉਹਨੂੰ ਭਲਾ ਕਹਿੰਦੇ ਨੇ, ਚੰਗਾ ਕਹਿੰਦੇ ਨੇ। ਉਹਦੇ ਸਾਰੇ ਕਰਮ ਚੰਗੇ ਹੁੰਦੇ ਨੇ, ਕਿਉਂਕਿ ਉਹਦੇ ਨਿਰਮਲ ਕਰਮ ਨੇ, ਇਸ ਲਈ ਉਹਦਾ ਨਾਮ ਵੀ ਭਲਾ ਪੈ ਜਾਂਦਾ ਕਿ ਚੰਗਾ ਹੈ। ਤੇ ਜਿਹੜਾ ਬੰਦਾ ਅਸੀਂ ਪਾਵਨ ਬਾਣੀ ਵਿੱਚ ਪੜ੍ਹਿਆ ਨਾ, ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਧਰਮ ਕਮਾਉਣ ਵਾਲੇ ਨੂੰ ਲੋਕ ਧਰਮੀ ਔਰ ਪਾਪ ਕਮਾਉਣ ਵਾਲੇ ਨੂੰ ਲੋਕ ਪਾਪੀ ਕਹਿੰਦੇ ਨੇ। ਇਸੇ ਤਰ੍ਹਾਂ ਜਿਹੜਾ ਬੰਦਾ ਫਿੱਕਾ ਬੋਲਦਾ ਹੈ ਨਾ, ਉਹਦਾ ਨਾਮ ਵੀ ਫਿੱਕਾ ਪੈ ਜਾਂਦਾ ਹੈ। ਫਿੱਕੋ ਫਿੱਕਾ ਸੱਦੀਏ, ਫਿੱਕੇ ਫਿੱਕੀ ਸੋਈ। ਫਿੱਕੇ ਦਾ ਮਤਲਬ ਬੜਬੋਲਾ, ਕਿ ਫਲਾਂ ਬੰਦਾ ਬੜਾ ਬੜਬੋਲਾ ਹੈ, ਨਾਮ ਪੈ ਜਾਂਦਾ ਨਾ। ਇਸੇ ਤਰ੍ਹਾਂ ਉਹਦਾ ਨਾਮ ਜਿਹੜਾ ਹੈ ਮਸ਼ਹੂਰ ਹੋ ਜਾਂਦਾ ਹੈ ਕਿ ਇਹ ਬੰਦਾ ਭਲਾ ਪੁਰਸ਼ ਹੈ, ਕਿਉਂਕਿ ਉਹਦੇ ਕਰਮ ਨਿਰਮਲ ਨੇ, ਮੈਲ ਤੋਂ ਰਹਿਤ ਨੇ। ਉਹ ਚੰਗਾ ਬੰਦਾ ਹੈ। ਲੋਕ ਉਹਨੂੰ ਸ਼ਾਬਾਸ਼ ਕਹਿੰਦੇ ਨੇ, ਧੰਤਾ ਯੋਗ ਕਹਿੰਦੇ ਨੇ। ਸਭ ਤੇ ਉੱਚ ਤਾਂ ਕਿ ਸ਼ੋਭਾ ਬਣੇ, ਸਾਰਿਆਂ ਤੋਂ ਉੱਚੀ ਉਹਦੀ ਸ਼ੋਭਾ ਬਣ ਜਾਂਦੀ ਹੈ। ਸਾਰਿਆਂ ਤੋਂ ਉੱਚੀ ਉਹਦੀ ਸ਼ੋਭਾ ਹੋ ਜਾਂਦੀ ਹੈ। ਨਾਨਕ ਇਹ ਗੁਣ ਨਾਮ ਸੁਖਮਨੀ। ਹੁਣ ਇਸ ਗੁਣ ਦੇ ਨਾਣੇ ਨਾਲ ਸਿਹਾਰੀ ਹੈ। ਇਹਦਾ ਮਤਲਬ ਗੁਣਾ ਕਰਕੇ, ਇਹ ਗੁਣ ਦਾ ਮਤਲਬ ਇਹਨਾਂ ਗੁਣਾ ਕਰਕੇ। ਨਾਮ ਸੁਖਮਨੀ, ਨਾਮ ਦਾ ਮਤਲਬ ਕੀ ਹੈ ਜੀ? ਹੁਕਮ। ਸੁਖਮਨੀ ਦਾ ਮਤਲਬ ਸੁੱਖਾਂ ਦੀ ਮਣੀ, ਸੁੱਖਾਂ ਦਾ ਮੂਲ। ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਇਹਨਾਂ ਗੁਣਾ ਕਰਕੇ ਜੋ ਰੱਬ ਦਾ ਹੁਕਮ ਹੈ ਉਹ ਸੁੱਖਾਂ ਦੀ ਮਣੀ ਹੈ। ਜਿਹੜੇ ਆ ਗੁਣ ਗਿਣੇ ਨੇ ਨਾ ਪਿੱਛੇ ਸਾਰੇ ਪੂਰੇ ਸੁਖਮਨੀ ਸਾਹਿਬ ਜੀ ਦੇ ਵਿੱਚ, ਜਿਹੜੇ ਇਸ ਅਸ਼ਟਪਦੀ ਵਿੱਚ ਲਾਸਟ ਵਿੱਚ, ਤਾਂ ਇਹਨਾਂ ਸਾਰੇ ਗੁਣਾ ਕਰਕੇ
ਜੋ ਪ੍ਰਭੂ ਦਾ ਨਾਮ ਯਾਨੀ ਰੱਬ ਦਾ ਜੋ ਹੁਕਮ ਹੈ ਉਹ ਸੁੱਖਾਂ ਦੀ ਮਣੀ ਹੈ, ਯਾਨੀ ਸੁੱਖਾਂ ਦਾ ਮੂਲ ਹੈ। ਤਾਂ ਸੁੱਖਾਂ ਦਾ ਮੂਲ ਕੀ ਹੈ ਜੀ? ਰੱਬ ਦਾ ਹੁਕਮ। ਰੱਬ ਦਾ ਹੁਕਮ ਸੁੱਖਾਂ ਦੀ ਮਣੀ ਹੈ, ਸੁੱਖਾਂ ਦਾ ਮੂਲ ਹੈ। ਜੋ ਰੱਬੀ ਰਜ਼ਾ ਭਾਣੇ ਨੂੰ ਸਮਝ ਲੈਂਦਾ ਹੈ, ਰੱਬੀ ਰਜ਼ਾ ਭਾਣੇ ਮੁਤਾਬਕ ਜ਼ਿੰਦਗੀ ਜੀਂਦਾ ਹੈ, ਉਹ ਇਨਸਾਨ ਰੱਬ ਦਾ ਭਗਤ ਹੈ। ਸੁਖਮਨੀ ਸਾਹਿਬ ਰਾਹੀਂ ਸਾਨੂੰ ਸਮਝ ਆਈ ਨਾ ਕਿ ਜੋ ਰੱਬੀ ਰਜ਼ਾ ਵਿੱਚ ਜੀਂਦਾ ਹੈ ਉਹ ਰੱਬ ਦਾ ਭਗਤ ਹੈ। ਯਾਨੀ ਰੱਬੀ ਰਜ਼ਾ ਵਿੱਚ ਜ਼ਿੰਦਗੀ ਜੀਣਾ ਹੀ ਰੱਬ ਦੀ ਭਗਤੀ ਹੈ। ਰੱਬ ਦਾ ਹੁਕਮ ਹੀ ਸਾਰੇ ਸੁੱਖਾਂ ਦਾ ਮੂਲ ਕਾਰਨ ਹੈ, ਮਣੀ ਹੈ, ਸੁੱਖਾਂ ਦਾ ਮੂਲ ਹੈ। ਹੁਕਮ ਤੋਂ ਬਾਹਰ ਜਾ ਕੇ, ਸਿਸਟਮ ਤੋਂ ਬਾਹਰ ਜਾ ਕੇ ਕੋਈ ਸੁੱਖ ਨਹੀਂ ਮਾਣਿਆ ਜਾ ਸਕਦਾ ਕਦੇ ਵੀ, ਨਾ ਪਿਛਲੇ ਸਮੇਂ ਵਿੱਚ, ਨਾ ਹੁਣ, ਨਾ ਆਉਣ ਵਾਲੇ ਸਮੇਂ ਅੰਦਰ। ਤਾਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਇੱਕ ਕੇਂਦਰੀ ਭਾਵ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਤੇ ਲਾਸਟ ਦੇ ਅੰਦਰ ਫਿਰ ਸਾਨੂੰ ਇਹ ਸਮਝਾ ਦਿੱਤਾ ਹੈ, ਨਾਨਕ ਇਹ ਗੁਣ ਨਾਮ ਸੁਖਮਨੀ, ਇਹਨਾਂ ਗੁਣਾ ਕਰਕੇ, ਜੋ ਗੁਣ ਪੂਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਅਸਾਂ ਪੜ੍ਹੇ ਨੇ, ਵਿਚਾਰੇ ਨੇ, ਇਹਨਾਂ ਗੁਣਾ ਕਰਕੇ ਰੱਬ ਦਾ ਜੋ ਹੁਕਮ ਹੈ ਉਹ ਸੁੱਖਾਂ ਦੀ ਮਣੀ ਹੈ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਹੁਣ ਅਗਲੀ ਜੋ ਕਾਰਵਾਈ ਹੈ ਵੀਰ ਜੀ ਤਰਲੋਚਨ ਸਿੰਘ ਜੀ ਕਰਨਗੇ। ਅੱਜ ਜੋ ਅਸੀਂ ਵਿਚਾਰ ਕੀਤੀ ਹੈ, ਇਸ ਦੇ ਅੰਦਰ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹ ਸਵਾਲ ਪੁੱਛ ਸਕਦਾ ਹੈ, ਔਰ ਜੇ ਕਿਸੇ ਨੇ ਆਪਣੇ ਵਿਚਾਰ ਦੇਣੇ ਹੋਣ ਤਾਂ ਉਹ ਆਪਣੇ ਵਿਚਾਰ ਵੀ ਦੇ ਸਕਦਾ ਹੈ। ਜੇ ਆਪ ਚਾਹੋਗੇ ਤਾਂ ਕੱਲ ਨੂੰ ਇੱਕ ਤਾਂ ਜੋ ਆਪਾਂ ਸਵਾਲ ਰੱਖੇ ਸਨ ਥੋੜੇ, ਇੱਕ ਤਾਂ ਉਹ ਕਰ ਲਵਾਂਗੇ ਜੇ ਸਾਰੀ ਕਲਾਸ ਦੀ ਸਲਾਹ ਹੋਏਗੀ, ਭਾਈ ਸਾਹਿਬ ਦੀ ਹੋਏਗੀ। ਤੇ ਦੂਜਾ ਜੇ ਤੁਸੀਂ ਚਾਹੋਗੇ ਤਾਂ ਸੁਖਮਨੀ ਸਾਹਿਬ ਜੀ ਦੀ ਜੋ ਮੋਟੀ ਮੋਟੀ ਵਿਚਾਰ ਹੈ ਕਿ 24 ਅਸ਼ਟਪਦੀਆਂ ਅੰਦਰ, 24 ਸਲੋਕਾਂ ਦੇ ਅੰਦਰ ਮੇਨ ਗੱਲਾਂ ਦੁਬਾਰਾ ਰਿਪੀਟ ਕਰਨੀਆਂ ਹੋਣ ਤੇ ਉਹਨਾਂ ਨੂੰ ਦੁਬਾਰਾ ਵੀ ਰਿਪੀਟ ਕਰ ਲਵਾਂਗੇ। ਔਰ ਨਾਲ ਇੱਕ ਗੱਲ ਹੋਰ, ਜਿਹੜੇ ਆਪਾਂ ਸਵਾਲ ਕੱਲ ਨੂੰ ਜਾਂ ਪਰਸੋਂ ਨੂੰ ਜਦੋਂ ਵੀ ਪੁੱਛਾਂਗੇ, ਉਹ ਕੱਲ ਨੂੰ ਹੋ ਸਕਦਾ ਐਸਾ ਕਰ ਲਵੇ ਜੇ ਤੁਹਾਡੀ ਸਲਾਹ ਬਣੇਗੀ ਤਾਂ। ਤੇ ਨਾਲ ਦੂਜੀ ਗੱਲ ਇਹ ਕਿ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਅਸਾਂ ਕੀਤੀ ਹੈ। ਇਸ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਚੋਂ ਤੁਹਾਨੂੰ ਕੀ ਮਿਲਿਆ ਹੈ ਜੋ ਕਿ ਹੁਣ ਤੱਕ ਨਹੀਂ ਸੀ ਪਤਾ, ਕੁਛ ਨਵਾਂ ਪਤਾ ਲੱਗਾ ਹੈ? ਜਾਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਰਾਹੀਂ ਸਾਡੀ ਜ਼ਿੰਦਗੀ ਵਿੱਚ ਕੀ ਚੇਂਜਿੰਗ ਆ ਸਕਦੀ ਹੈ? ਜਾਂ ਸਾਡੀਆਂ ਕਿਹੜੀਆਂ ਧਾਰਨਾਵਾਂ ਸਨ, ਕਿਹੜੀਆਂ ਮਾਨਤਾਵਾਂ ਸਨ ਜਿਹੜੀਆਂ ਕਿ ਠੀਕ ਨਹੀਂ ਸੀ, ਤੇ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਸਾਡੀਆਂ ਉਹ ਕਲੀਅਰ ਹੋਈਆਂ ਨੇ। ਇਹਨਾਂ ਬਾਰੇ ਜੇ ਥੋੜੀ ਜਿਹੀ ਵਿਚਾਰ ਆਪਾਂ ਇੱਕ ਦਿਨ ਕਰ ਲਈਏ, ਕੱਲ ਦਾ ਦਿਨ, ਤਾਂ ਮੇਰੇ ਖਿਆਲ ਦੇ ਅੰਦਰ ਉਹ ਬਹੁਤ ਸਾਡੇ ਵਾਸਤੇ ਲਾਹੇਵੰਦ ਰਹੇਗਾ। ਬਾਕੀ ਜਿਵੇਂ ਤੁਹਾਡੀ ਸਾਰੀ ਕਲਾਸ ਦੀ ਰਾਏ ਹੋਵੇਗੀ ਉਵੇਂ। ਤੇ ਜੇ ਪਰ ਕੱਲ ਨੂੰ ਆਪਾਂ ਐਸਾ ਵਿਚਾਰ ਕਰਦੇ ਹਾਂ ਤਾਂ ਬਾਣੀ ਹੈ ਉਹ ਅਸੀਂ ਵਿਚਾਰ ਕਰਨ ਦੀ ਟਰਾਈ ਜਿਹੜੀ ਹੈ ਉਹ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਵੰਤ ਕੌਰ ਜੀ, ਮੈਂ ਤੁਹਾਡੇ ਕੋਲ ਆਉਣ ਲੱਗਾ ਜੀ, 1 ਮਿੰਟ ਠਹਿਰਿਓ। ਧੰਨਵਾਦ ਜੀ ਗਿਆਨੀ ਜੀ ਦਾ, ਹਮੇਸ਼ਾ ਦੀ ਤਰ੍ਹਾਂ। ਤੇ ਅੱਜ ਸਾਰਿਆਂ ਨੂੰ ਪਤਾ ਹੀ ਹੈ ਜੀ ਕਿ ਸੁਖਮਨੀ ਸਾਹਿਬ ਜੀ ਦੀ ਕਥਾ ਜਦ ਕਿ ਅੱਜ ਤੋਂ ਪੂਰੇ 60 ਦਿਨ ਪਹਿਲਾਂ ਸ਼ੁਰੂ ਹੋਈ ਸੀ। 60 ਦਿਨ ਤੋਂ ਮਤਲਬ ਜਿਹੜੇ ਸ਼ਨੀਚਰਵਾਰ ਐਤਵਾਰ ਵਿੱਚ ਆਉਂਦਾ ਆ ਉਹਨਾਂ ਨੂੰ ਛੱਡ ਕੇ ਪੂਰੇ 60 ਦਿਨ ਦੀ ਕੰਪਲੀਟ ਕਥਾ ਹੈ ਜੀ ਇਹ। 60 ਦਿਨ ਸਾਡੇ ਇਸ ਗੁਰਬਾਣੀ ਨੂੰ ਲੱਗੇ ਆ ਸਮਝਣ ਵਾਸਤੇ, ਗਿਆਨੀ ਜੀ ਨੂੰ ਕਥਾ ਕਰਨ ਵਾਸਤੇ। ਤੇ ਇਹ ਤਕਰੀਬਨ ਜੇ ਤੁਸੀਂ 30 ਦਿਨ ਲਾਓ ਮਹੀਨੇ ਦੇ ਤਾਂ 2 ਮਹੀਨੇ ਪੂਰੇ ਹੋ ਜਾਂਦੇ ਆ। ਐਵਰੀ ਡੇ ਅਸੀਂ ਅਟੈਂਡ ਕੀਤੀ ਆ। ਤੇ ਜਿੱਦਾਂ ਗਿਆਨੀ ਜੀ ਨੇ ਕਿਹਾ ਇਹਦੇ ਵਿੱਚੋਂ ਸਾਨੂੰ ਕੁਛ ਨਾ ਕੁਛ ਜ਼ਰੂਰ ਮਿਲਿਆ ਹੋਊਗਾ। ਤੇ ਉਹਦੇ ਬਾਰੇ ਮੈਂ ਵੀ ਇਹ, ਬਾਕੀ ਤੁਸੀਂ ਕਲਾਸ ਸਾਰੇ ਸੋਚ ਲਓ ਜੀ। ਤੇ ਮੈਂ ਵੀ ਇਹ ਸੁਜੈਸਟ ਕਰਦਾ ਕਿ ਕੱਲ ਨੂੰ ਜਿਹੜਾ ਪ੍ਰੋਗਰਾਮ ਹੈ ਨਾ, ਉਹ ਗੁਰਬਾਣੀ ਦਾ ਹੋਰ ਨਾ ਕੁਛ ਵੀ, ਅਗਲੀ ਬਾਣੀ ਨਾ ਸ਼ੁਰੂ ਕੀਤੀ ਜਾਵੇ। ਤੇ ਜਿਹੜੀ ਪਿੱਛੇ ਗੱਲਬਾਤ ਆਪਾਂ ਕੀਤੀ ਹੈ ਉਹਦੇ ਬਾਰੇ, ਜਿੱਦਾਂ ਭਾਈ ਸਾਹਿਬ ਨੇ ਕਿਹਾ ਕਿ ਸੁਖਮਨੀ ਸਾਹਿਬ ਦੇ ਵਿੱਚੋਂ ਸਾਨੂੰ ਕੀ ਮਿਲਿਆ, ਜਾਂ ਤੁਹਾਨੂੰ ਜੋ ਵੀ ਆਪਣੀ ਕੋਈ ਸਲਾਹ ਮਸ਼ਵਰਾ ਰਾਏ ਜੋ ਵੀ ਆਪਣੇ ਮਨ 'ਚ ਹੋਵੇ ਤੁਸੀਂ ਉਹ ਡਿਸਕਸ ਕਰ ਸਕਦੇ ਆ। ਤੇ ਦੂਸਰੀ ਜਿਹੜੀਆਂ ਗੱਲਾਂ ਆਪਣੇ ਪਿਛਲੇ 2 ਹਫ਼ਤਿਆਂ ਪਹਿਲਾਂ ਜਿਹੜਾ ਆਪਾਂ ਕਹੀਆਂ ਸੀਗੀਆਂ ਤੇ ਉਹ ਰਿਵਾਈਜ਼ ਕਰਨੀਆਂ, ਆਪਾਂ ਗੱਲਬਾਤ ਕਰਾਂਗੇ ਉਹਦੇ ਬਾਰੇ, ਆਪਣੇ ਆਪਣੇ ਵਿਚਾਰ ਵੀ ਦੇਵਾਂਗੇ ਤੇ ਉਹ ਰੱਟ ਲਈਆਂ ਜਾਂ ਨਹੀਂ, ਤੇ ਉਹ ਵੀ ਆਪਾਂ ਜੇ ਕੱਲ ਨੂੰ ਕਰ ਲਈਏ ਤਾਂ ਠੀਕ ਹੈ। ਸੋ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਨਾ, ਜੇ ਤੁਹਾਡੀ ਸਾਰਿਆਂ ਦੀ ਸਲਾਹ ਹੋਵੇ ਤੇ ਇਹਦੇ ਤੇ ਡੈਡੀਕੇਟ ਕਰ ਦਈਏ। ਤੇ ਕੱਲ ਨੂੰ ਕਿਸੇ ਗੁਰਬਾਣੀ ਦੀ ਕਥਾ ਨਾ ਹੋਵੇ, ਪਰ ਇਹ 2-3 ਵਿਸ਼ੇ ਜਿਹੜੇ ਹੈਗੇ ਆ ਉਹਨਾਂ ਤੇ ਤੁਸੀਂ
ਆਪਣੀ ਆਪਣੀ ਮਸ਼ਵਰਾ ਰਾਏ ਜੋ ਵੀ ਸਲਾਹ ਹੈਗੀ ਉਹ ਦਿਓ ਤੇ ਓਪਨਲੀ ਇੱਦਾਂ ਨਹੀਂ ਹੈਗਾ ਕੋਈ ਮਤਲਬ ਪਿੱਛੇ ਨੂੰ ਹੋ ਕੇ ਨਹੀਂ, ਸਾਰੇ ਆਪਣੇ ਅੰਦਰ ਜੋ ਵੀ ਵਲਵਲਾ ਹੈਗਾ ਤੁਸੀਂ ਆ ਕੇ ਕੱਢ ਸਕਦੇ ਇੱਥੇ, ਤੇ ਤੁਹਾਡਾ ਹੀ ਪਲੇਟਫਾਰਮ ਹੈ, ਤੁਹਾਡਾ ਹੀ ਪ੍ਰੋਗਰਾਮ ਹੈ। ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਮੈਂ ਸਤਵੰਤ ਕੌਰ ਦੇ ਕੋਲ ਜੇ ਆਉਣਾ ਜੀ, ਤੇ ਮੈਂ ਬਾਕੀ ਨਾਲ ਵੀ ਕਹਿਣਾ ਕਿਤੇ ਵੀ ਕੋਈ ਗੱਲਬਾਤ ਕਰਨੀ ਅੱਜ ਦੇ ਵਿਸ਼ੇ ਤੇ ਵੀ, ਤੇ ਉਹ ਤੁਸੀਂ ਅਨਮਿਊਟ ਹੋ ਜਾਓ। ਸਾਡੇ ਨਾਲ ਕੁਛ ਜਿਹੜੇ ਅਨਮਿਊਟ ਹੋਏ ਆ, ਤੇ ਪਹਿਲਾਂ ਸਤਵੰਤ ਕੌਰ ਜੀ ਤੁਸੀਂ ਆਪਣਾ ਕੁਐਸਚਨ ਰੱਖੋ। ਅੱਜ ਨਾ ਮੈਂ ਪਹਿਲੀ ਦਫਾ ਲਫ਼ਜ਼ ਕੜਵੰਜੀ ਸੁਣਿਆ, ਤੇ ਮੈਂ ਚਾਹਾਂਗੀ ਕਿ ਭਾਈ ਸਾਹਿਬ ਉਸ ਦਾ ਅਰਥ ਮੈਨੂੰ ਦੁਬਾਰਾ ਦੱਸਣ ਕਿ ਮੈਂ ਕਦੀ ਉਹ ਲਫ਼ਜ਼ ਸੁਣਿਆ, ਸ਼ਬਦ ਸੁਣਿਆ ਹੀ ਨਹੀਂ, ਅੱਜ ਪਹਿਲੀ ਦਫਾ ਸੁਣਿਆ। ਕਿਹੜਾ ਜੀ? ਕੜਵੰਜੀ। ਕੜਵੰਜੀ ਪੈਣ ਹੁੰਦਾ ਇੱਕ ਨਾ ਲੱਕੜ ਦੀਆਂ 3 ਡੰਡੀਆਂ ਲੈ ਕੇ ਨਾ, ਤੇ ਐਦਾਂ ਉਹਨੂੰ ਬਣਾ ਲਿਆ ਜਾਂਦਾ ਐਦਾਂ, ਹਾਂਜੀ, ਤੇ ਉਹਦੇ ਉੱਤੇ ਘੜਾ ਰੱਖਿਆ ਜਾਂਦਾ ਹੈ, ਉਹਨੂੰ ਕੜਵੰਜੀ ਕਹਿੰਦੇ ਨੇ, ਜਿਹਦੇ ਉੱਤੇ ਘੜਾ ਰੱਖਿਆ ਜਾਏ। ਅੱਛਾ ਜੀ। ਤੇ ਉਹ ਨਾ ਏਦਾਂ ਲੱਕੜਾਂ ਖੜੀਆਂ ਕਰਕੇ ਬੰਦੇ, ਤੇ ਉਹਦੇ ਉੱਤੇ ਗੋਲ ਤਾਰਾ ਇਸ ਤਰ੍ਹਾਂ ਉੱਤੇ ਸਿਰ ਦੇ ਉੱਤੇ ਘੜਾ ਰੱਖ ਲੈਂਦੇ ਨੇ, ਏਦਾਂ ਸਿਰ ਤੋਂ ਉੱਤੇ, ਤੇ ਥੱਲੇ ਬੰਦਾ ਬਹਿ ਜਾਂਦਾ, ਤੇ ਉੱਤੋਂ ਪਾਣੀ ਪਾ ਕੇ ਤੇ ਪਾਣੀ ਸਿਰ ਵਿੱਚ ਪੈਂਦਾ ਰਹਿੰਦਾ। ਕੜਵੰਜੀ ਦਾ ਮਤਲਬ ਹੁੰਦਾ ਘੜਾ ਰੱਖਣ ਵਾਲੀ ਚੀਜ਼। ਅੱਛਾ ਜੀ। ਪਿੰਡਾਂ ਦੇ ਵਿੱਚ ਹੁੰਦੀਆਂ ਸੀ ਛੋਟੀਆਂ ਛੋਟੀਆਂ ਨਾ, ਸੱਚੇ ਵੀ, ਉਹਨੂੰ ਸੱਚੇ ਵੀ ਕਹਿ ਦਿੰਦੇ ਸੀ, ਕਈ ਲੋਕ ਕੜਵੰਜੀ ਕਹਿ ਦਿੰਦੇ ਸੀ, ਲੱਕੜ ਦੀਆਂ ਬਣੀਆਂ ਹੁੰਦੀਆਂ ਸੀ। ਅੱਛਾ ਜੀ, ਧੰਨਵਾਦ। ਅੱਛਾ ਜੀ। ਤੇ ਦੂਸਰਾ ਕੁਐਸਚਨ ਹੈਗਾ, ਸੌਰੀ ਮੈਂ ਟਾਈਮ ਲੈ ਰਹੀ ਹਾਂ, ਤੁਸੀਂ 3 ਗੁਣ ਦੱਸੇ ਸੀ, ਸੁਖ, ਆਦਰ, ਤੇ ਮੈਂ ਤੀਸਰਾ ਮਿਸ ਕਰ ਗਈ, ਤੀਸਰਾ ਕੀ? ਮੁਕਤੀ। 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 ਓਕੇ, ਠੀਕ ਹੈ ਜੀ ਭੈਣ। ਹਾਂਜੀ ਹਾਂਜੀ, ਥੈਂਕ ਯੂ। ਧੰਨਵਾਦ ਜੀ। ਤੇ ਸਾਡੇ ਨਾਲ ਹੋਰ 3 ਜਣੇ ਹੈਗੇ ਜੀ, ਕੁਲਦੀਪ ਕੌਰ ਆ, ਤੇ ਆਪਣੇ ਸੁਰਿੰਦਰ ਕੌਰ ਵੀ ਹੈਗੇ ਆ, ਤੇ ਪਹਿਲਾਂ ਕੁਝ ਬੋਲਣ ਵਾਸਤੇ ਕਿਹਾ। ਓਕੇ, ਸੁਰਿੰਦਰ ਕੌਰ 2 ਤੁਸੀਂ ਗੱਲ ਕਰੋ ਜੀ। ਹਾਂਜੀ ਗਿਆਨੀ ਜੀ, ਤੁਸੀਂ ਜੋ ਕਿਹਾ ਕਿ 4 ਪਦਾਰਥ, ਉਹ ਦੁਬਾਰਾ ਰਿਪੀਟ ਕਰ ਦਿਓਗੇ ਪਲੀਜ਼? ਹਾਂਜੀ, 4 ਪਦਾਰਥ ਜੋ ਤੁਸੀਂ ਕਿਹਾ ਸੀ, ਉਹ ਦੁਬਾਰਾ ਰਿਪੀਟ ਕਰ ਦਿਓਗੇ? ਇੱਕ ਤਾਂ ਧਰਮ ਸੀ। ਧਰਮ, ਅਰਥ, ਕਾਮ, ਮੋਖ। ਅੱਛਾ ਜੀ। ਧਰਮ, ਅਰਥ, ਕਾਮ, ਮੋਖ। ਮੋਖ। ਮੋਖ ਕੀ ਹੁੰਦਾ ਗਿਆਨੀ ਜੀ? ਮੋਖ ਦਾ ਮਤਲਬ ਮੋਕਸ਼, ਮੁਕਤੀ। ਓਕੇ, ਹਾਂਜੀ, ਓਕੇ, ਥੈਂਕ ਯੂ। ਲੇਕਿਨ ਇਹ ਜਿਹੜੀ ਮੁਕਤੀ ਹੈ ਨਾ, ਇਹਦੇ ਵਿੱਚ ਉਹ ਮਰਨ ਤੋਂ ਬਾਅਦ ਵਾਲੀ ਹੈ। ਅੱਛਾ, ਹਾਂਜੀ ਹਾਂਜੀ, ਸਿੱਖ ਧਰਮ ਦੀ ਜਿਹੜੀ ਮੁਕਤੀ ਉਹ ਜੀਵਨ ਮੁਕਤੀ ਹੈ। ਜਿਹੜੀ 4 ਪਦਾਰਥਾਂ ਵਿੱਚ ਮੋਕਸ਼ ਹੈ ਨਾ, ਉਹ ਮਰਨ ਤੋਂ ਬਾਅਦ ਵਾਲੀ ਮੁਕਤੀ ਹੈ। ਓਕੇ, ਹਾਂਜੀ। ਤੇ ਬਾਕੀ ਜਿਹੜੇ ਉਹ ਨਵ ਨਿਤ ਕਿਹਾ, 9 ਖਜ਼ਾਨੇ, ਉਹੀ ਆ ਜਿਹੜੇ 9 ਗੁਣ ਫਿਰ ਅੰਡਰਨੀਥ ਦੱਸੇ ਹੋਏ? ਨਹੀਂ, ਇਹ ਨਾ 9 ਨਿਤ ਨਾ 9 ਖਜ਼ਾਨੇ ਮੰਨੇ ਨੇ ਕੁਬੇਰ ਦੇ। ਕੁਬੇਰ ਇੱਕ ਦੇਵਤਾ ਹੈ, ਓਕੇ, ਤੇ ਉਹ ਮੈਥੋਲੋਜੀ ਹੈ। ਓਕੇ, 9 ਨਿਤ ਦਾ ਮਤਲਬ 9 ਖਜ਼ਾਨੇ, ਯਾਨੀ ਸਾਰੇ ਪਦਾਰਥ ਜਿਹੜੇ ਸੰਸਾਰ ਦੇ ਨੇ, ਉਹਨਾਂ ਨੂੰ 9 ਨਿਤ ਕਹਿੰਦੇ। ਅੱਛਾ ਅੱਛਾ, ਹਾਂਜੀ। ਮੈਂ ਸੋਚਿਆ ਕਿ ਉਹ ਜਿਹੜੇ ਬਾਕੀ ਦੇ ਫਿਰ ਉਹਨਾਂ ਨੇ ਗੁਣ ਨੀਚੇ ਦੱਸੇ ਹੋਏ ਆ, ਜਿੱਦਾਂ ਵਿਦਿਆ, ਤਪ, ਯੋਗ ਵਗੈਰਾ। ਨਹੀਂ, ਉਹ ਨਹੀਂ ਹੈ। ਬਾਕੀ ਉਹ ਜਿਹੜੀ ਰਿਪੀਟ ਕਰਨ ਦੀ ਤੁਹਾਡੀ ਸੁਜੈਸ਼ਨ ਹੈ ਕੱਲ ਨੂੰ, ਬਹੁਤ ਵਧੀਆ। ਹਾਂਜੀ, ਮੇਰੇ ਖਿਆਲ ਉਹ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਧੰਨਵਾਦ ਤੁਹਾਡਾ। ਉਹਦੇ ਵਿੱਚੋਂ ਸਾਨੂੰ ਇਹ ਬੈਨੀਫਿਟ ਮਿਲੇਗਾ ਕਿ ਅਸੀਂ ਕੀ ਸਿੱਖਿਆ, ਸਾਨੂੰ ਕੀ ਨਵਾਂ ਪਤਾ ਲੱਗਾ ਹੈ। ਤਾਂ ਇਹ ਚੀਜ਼ਾਂ ਨੂੰ ਨਾ ਆਪਣੇ ਘਰ ਬੈਠ ਕੇ ਥੋੜਾ ਸਾਰੇ ਵੀਰ ਭੈਣਾਂ ਸੋਚ ਕੇ ਜ਼ਰੂਰ ਆਇਓ ਕਿ ਕਿਹੜੀ ਸਾਡੀ ਪਹਿਲੋਂ ਮਾਨਤਾ ਕੀ ਸੀ, ਹੁਣ ਕੀ ਹੈ, ਕਿ ਕੋਈ ਥੋੜਾ ਬਹੁਤਾ ਫਰਕ ਪਿਆ ਹੈ ਜਾਂ ਕੋਈ ਸਾਨੂੰ ਠੀਕ ਲੱਗਾ। ਤੇ ਦੂਜੇ ਜਿਹੜੇ ਅਸੀਂ ਉਹ 9-10 ਜਿਹੜੇ ਆਪਾਂ ਲਿਖੇ ਸਨ, ਗਰੁੱਪ ਵਿੱਚ ਪਾਏ ਸੀ, ਮੈਂ ਉਹ ਦੁਬਾਰਾ ਫਿਰ ਪਾ ਦਾਂਗਾ, ਤੇ ਉਹਨਾਂ ਨੂੰ ਚੰਗੀ ਤਰ੍ਹਾਂ ਫਿਰ ਰੱਟ ਲਿਓ। ਜੇ ਕਿਸੇ ਨੂੰ ਨਹੀਂ ਤਾਂ ਫਿਰ ਉਹਨੂੰ ਰੱਟ ਲਿਓ ਦੁਬਾਰਾ, ਆਪਾਂ ਕੱਲ ਨੂੰ ਫਿਰ ਉਹ ਡਿਸਕਸ ਕਰ ਲਵਾਂਗੇ। ਬਹੁਤ ਵਧੀਆ, ਧੰਨਵਾਦ। ਧੰਨਵਾਦ ਜੀ ਸੁਰਿੰਦਰ। ਹਾਂਜੀ ਗਿਆਨੀ ਜੀ। ਤੇ ਹਾਂ ਵੀਰ ਜੀ, ਠੀਕ ਹੈ। ਤੇ ਮੈਂ ਨਾ ਹੁਣ ਇੱਕ ਕਲਾਸ ਇੰਡੀਆ ਵਿੱਚ ਹੋਰ, ਉਹ ਮੈਨੂੰ ਬੁਲਾ ਰਹੇ ਨੇ, ਮੈਂ ਉਹਦੇ ਵਿੱਚ ਜਾਣਾ ਜਰਾ, ਤੇ ਆਪਾਂ ਹੁਣ ਕਰ ਦੇਵੀਂ ਸਮਾਪਤੀ? ਠੀਕ ਹੈ ਜੀ, ਠੀਕ ਹੈ, ਬਸ ਆਪਾਂ ਸਮਾਪਤੀ ਹੈ ਜੀ ਇੱਥੇ। ਹੁਣ ਕੱਲ ਨੂੰ ਆਪਾਂ ਫਿਰ ਛੁੱਟੀ, ਹੁਣ ਛੁੱਟੀ ਲੈਣੇ ਜੀ। ਕੱਲ ਨੂੰ ਆਪਾਂ ਫਿਰ 1 ਵਜੇ ਵਾਪਸ ਆਵਾਂਗੇ ਜੀ, ਤੇ ਉੱਤਾਂ ਹੀ ਛੁੱਟੀਆਂ ਲਈਏ ਜੀ। ਤੇ ਬੁਲਾਓ ਫਤਿਹ ਸਾਰੇ ਜਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ।